ਵਾਹਿਗੁਰੂ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਇਕ ਉਤਮ ਪੰਥ ਸੁਣਿਓ ਗੁਰ ਸੰਗਤ, ਤਿਹ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਭਾਟ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸਰਨਾਈ। गुण नहीं कोई मैं सब अवगण, गुण नहीं कोई मैं सब अवगण। गुण नहीं कोई मैं सब अवगण, गुण नहीं कोई मैं सब अवगण। गुण नहीं कोई मैं सब अवगण, गुण नहीं कोई मैं सब अवगण। गुण नहीं कोई मैं सब अवगण, गुण नहीं कोई मैं सब अवगण। गुण नहीं कोई मैं सब अवगण, गुण नहीं कोई मैं सब अवगण। गुण नहीं कोई मैं सब अवगण, गुण नहीं कोई मैं सब अवगण। सब अवगण मैं गुण नहीं कोई, सब अवगण मैं गुण नहीं कोई। सब अवगण मैं गुण नहीं कोई, सब अवगण मैं गुण नहीं कोई। सब अवगण में गुण नहीं कोई, सब अवगण में गुण नहीं कोई। क्यों कर कंत मिला होई, क्यों कर कंत मिला होई। क्यों कर कंत लात होई, क्यों कर कंत मिलात होई। क्यों कर कंत मिलावा, मिलात होई। गुण नहीं कोई मैं सब अवगण, गुण नहीं कोई मैं सब अवगण। गुण नहीं कोई मैं सब अवगण, गुण नहीं कोई मैं सब अवगण। गुण नहीं कोई मैं सब अवगण, गुण नहीं कोई मैं सब अवगण। सब अवगण में गुण नहीं कोई, क्यों कर कंत मिलावा होई। ना मैं रूप ना बंके नैना, ना कुल ढंग ना मीठे बैणा। रहाओ
सहज सिगार कामण कर आवे, तां सुहागण जां कंतै भावै। ना तिस रूप न रेखिया काई, अंत न साहिब सिमरिया जाई। सुरत मत नाही चतुराई, कर किरपा प्रभ लाभो पाई। खरी सियाणी कंत न पाणी, माया लागी भरम भुलाणी। हौ मैं जाई, हौ मैं जाई तां कंत समाई। तौ कामण प्यारे नाम निद पाई, अनेक जन्म बिछरत दुख पाया। कर गह लेहो प्रीतम प्रभ राया। भणत नानक सह है पी होसी, जै भावै प्यारा तैरा वेसी। तेरे चोजां दा अंत ना जी आवे, गरीबां नूं निवाजण वालिया। चोजां दा अंत ना आवे, गरीबां नूं निवाजण वालिया। तेरे चोजां दा अंत ना आवे, गरीबां नूं निवाजण वालिया। तेरे चोजां दा अंत ना आवे, गरीबां नूं निवाजण वालिया। तेरे चोजां दा अंत ना आवे, गरीबां नूं निवाजण वालिया। तेरे चोजां दा अंत ना आवे, गरीबां नूं निवाजण वालिया। तेरे चोजां दा अंत ना आवे, गरीबां नूं निवाजण वालिया। चोजां दा अंत ना आवे, गरीबां नूं निवाजण वालिया। तेरे चोजां दा अंत ना आवे, गरीबां नूं निवाजण वालिया। तेरे चोजां दा अंत ना आवे, गरीबां नूं निवाजण वालिया। तेरे चोजां दा अंत ना आवे, गरीबां नूं निवाजण वालिया। तेरे चोजां दा अंत ना आवे, गरीबां नूं निवाजण वालिया। परम सत्कारयोग सतਿਗੁਰੂ जी ਦੀ ਸਾਜੀ ਨਵਾਜੀ ਸਾਧ ਸੰਗਤ ਜੀ, ਅਦਬ ਸਤਕਾਰ ਸਹਿਤ ਗੁਰਫਤਿਹ ਦੀ ਸਾਂਝ ਪਾਓ। ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤ ਸੰਗਤ ਦਾ ਸੁਭਾਗ ਸਮਾਂ ਮਹਾਰਾਜ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਹੈ। ਮਨ ਬਿਰਤੀਆਂ ਨੂੰ ਗੁਰੂ ਚਰਨਾਂ ਨਾਲ ਜੋੜਨ ਦਾ ਯਤਨ ਕਰੀਏ, ਸਾਡਾ ਸੁਭਾਅ ਹੈ। ਇਹ ਮਨ, ਇਹ ਸੁਰਤੀ ਬਿਰਤੀ ਜਿੰਨੀ ਹੋਰ ਕੰਮਾਂ ਦੇ ਵਿੱਚ ਜਲਦੀ ਖਚਤ ਹੁੰਦੀ ਹੈ, ਖੁੱਭਦੀ ਹੈ, ਓਨੀ ਸਤਸੰਗ ਦੇ ਵਿੱਚ ਨਹੀਂ ਲੱਗਦੀ। ਸਤਸੰਗ ਦੇ ਵਿੱਚ ਲਾਉਣ ਵਾਸਤੇ ਇਹਨੂੰ ਅਨੇਕ ਤਰ੍ਹਾਂ ਦਾ ਯਤਨ ਕਰਨਾ ਪੈਂਦਾ ਹੈ, ਇਹਨੂੰ ਮੋੜ ਮੋੜ ਕੇ ਲਿਆਉਣਾ ਪੈਂਦਾ ਹੈ ਸੁਰਤੀ ਨੂੰ। ਭਾਈ ਗੁਰਦਾਸ ਸਾਹਿਬ ਜੀ ਲਿਖਦੇ ਨੇ ਜੀ, ਕਹਿੰਦੇ ਜੈਸੇ ਮਨ ਲਾਗਤ ਹੈ ਲੇਖਕ ਕੋ ਲੇਖੈ ਵਿਖੈ। ਕੋਈ ਹਿਸਾਬ ਕਿਤਾਬ ਲਿਖਣ ਦਾ ਲਿਖਾਰੀ ਹੋਵੇ, ਕਹਿੰਦੇ ਜਿਵੇਂ ਉਹ ਸੁਰਤ ਜੋੜ ਕੇ ਲੇਖਾ ਲਿਖਦਾ ਹੈ, ਹਿਸਾਬ ਕਿਤਾਬ ਲਿਖਦਾ ਹੈ, ਹਰ ਜਸ ਲਿਖਤ ਨਾ ਤੈਸੋ ਠਹਿਰਾਵੀ। ਇੱਦਾਂ ਜੇ ਕੋਈ ਪਰਮੇਸ਼ਰ ਵਾਹਿਗੁਰੂ ਦਾ ਜਸ ਲਿਖਣ ਲੱਗ ਪਵੇ, ਵਾਹਿਗੁਰੂ ਦਾ ਜਸ ਲਿਖਦਿਆਂ ਹੋਇਆਂ ਇੱਦਾਂ ਉਹਦਾ ਮਨ ਨਹੀਂ ਰੁਕਦਾ, ਇੱਦਾਂ ਉਹਦਾ ਮਨ ਨਹੀਂ ਠਹਿਰਦਾ। ਜਿਵੇਂ ਸਾਧ ਸੰਗਤ ਜੀ
ਬਾਕੀ ਦੁਨਿਆਵੀ ਹਿਸਾਬ ਕਿਤਾਬ ਲਿਖਦਿਆਂ ਹੋਇਆ ਮਨ ਰੁਕਦਾ ਹੈ, ਠਹਿਰਦਾ ਹੈ। ਦੂਜੀ ਉਦਾਹਰਣ ਦਿੱਤੀ ਹੈ ਜੀ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਜੈਸੇ ਮਨ ਬਨਜ ਬਿਹਾਰ ਕੇ ਬਿਥਾਰ ਬਿਖੈ, ਸ਼ਬਦ ਸੁਰਤ ਅਵਗਾਹਨ ਨਾ ਭਾਵਈ। ਜਿਸ ਪ੍ਰਕਾਰ ਵਣਜ ਵਪਾਰ ਸੌਦਾ ਸੂਦ ਲੈਣ ਦੇਣ ਸੰਸਾਰੀ ਕਰਨਾ ਹੋਵੇ ਤੇ ਸੁਰਤ ਇੱਕ ਥਾਂ ਟਿਕੀ ਹੁੰਦੀ ਹੈ, ਪਰ ਜੇ ਉਹੀ ਸ਼ਬਦ ਦੇ ਨਾਲ ਸੁਰਤ ਨੂੰ ਜੋੜਨਾ ਹੋਵੇ, ਪਰਮਾਰਥ ਦੇ ਪਾਸੇ ਨੂੰ ਤੁਰਨਾ ਹੋਵੇ, ਤੇ ਕਹਿੰਦੇ ਇਹ ਸੁਰਤ ਜਿਹੜੀ ਹੈ ਇਹ ਟਿਕਦੀ ਨਹੀਂ, ਬਾਰ-ਬਾਰ ਬਾਹਰ ਨੂੰ ਦੌੜਦੀ, ਬਾਰ-ਬਾਰ ਬਾਹਰ ਨੂੰ ਭੱਜਦੀ। ਜੈਸੇ ਮਨ ਕਨਕ ਔ ਕਾਮਨੀ ਸਨੇਹ ਵਿਖੈ, ਸਾਧ ਸੰਗ ਤੈਸੇ ਨੇਹੋ ਪਲ ਨਾ ਲਗਾਵੇ। ਜਿਵੇਂ ਕਹਿੰਦੇ ਪਦਾਰਥਾਂ ਦੇ ਨਾਲ ਪ੍ਰੇਮ ਹੈ ਇਸ ਮਨੁੱਖ ਦਾ, ਪਰਿਵਾਰ ਦੇ ਨਾਲ ਪ੍ਰੇਮ ਹੈ, ਸਾਧ ਸੰਗਤ ਐਸੇ ਨਿਉ ਪਲ ਨਾਲ, ਇੱਦਾਂ ਸਾਧ ਸੰਗਤ ਦੇ ਨਾਲ ਵੀ ਪ੍ਰੇਮ ਹੈ ਜਿੱਦਾਂ ਇਹ ਆਪਣੇ ਪਰਿਵਾਰ ਨਾਲ ਪ੍ਰੇਮ ਕਰਦਾ, ਸੰਗਤ ਨਾਲ ਵੀ ਇੱਦਾਂ ਪ੍ਰੇਮ ਕਰਦਾ। ਕਹਿੰਦੇ ਇੱਕ ਪਲ ਵਾਸਤੇ ਵੀ ਇਹਦੀ ਸੁਰਤ ਆਪਣੇ ਪਰਿਵਾਰ ਜਿੰਨਾ ਸਨੇਹ ਸੰਗਤ ਦੇ ਨਾਲ। ਮਾਇਆ ਬੰਧ ਧੰਦ ਵਿਖੇ ਅਬਦ ਵਿਹਾਏ ਜਾਏ, ਮਾਇਆ ਦਿਆਂ ਧੰਦਿਆਂ ਕਾਰਾਂ ਵਿਹਾਰਾਂ ਦੇ ਵਿੱਚ ਜੰਜਾਲਾਂ ਵਿੱਚ ਫਸਿਆ ਹੋਇਆ, ਬੰਧਨਾਂ ਵਿੱਚ ਫਸਿਆ ਹੋਇਆ, ਅਬਦ ਵਿਹਾਏ ਜਾਏ, ਆਪਣੀ ਆਯੂ ਨੂੰ, ਆਪਣੀ ਉਮਰ ਨੂੰ ਅਕਾਰਥ ਹੀ ਬਤੀਤ ਕਰ ਦਿੰਦਾ ਹੈ। ਗੁਰ ਉਪਦੇਸ਼ਹੀਨ ਪਾਛੈ ਪਛਤਾਵਈ, ਪਰ ਗੁਰੂ ਦੇ ਉਪਦੇਸ਼ ਦੀ ਕਮਾਈ ਨਾ ਕਰਨ ਕਰਕੇ ਇਹਨੂੰ ਬਾਅਦ ਵਿੱਚ ਪਛਤਾਉਣਾ ਪੈਂਦਾ ਹੈ, ਬਾਅਦ ਦੇ ਵਿੱਚ ਇਹਨੂੰ ਰੋਣਾ ਪੈਂਦਾ ਹੈ। ਤੋ ਸਾਡੇ ਸਭਨਾਂ ਦੇ ਜਿਹੜਾ ਸਾਥ ਨਿਭਣ ਵਾਲਾ ਸਮਾਂ ਹੈ ਉਹ ਸਤਸੰਗ ਦਾ ਹੈ। ਵੱਡੇ ਭਾਗਾਂ ਦੇ ਨਾਲ ਸਤਸੰਗ ਪ੍ਰਾਪਤ ਹੁੰਦਾ ਹੈ ਤੇ ਮਹਾਰਾਜ ਸਾਹਿਬ ਦੀ ਕਿਰਪਾ ਦੇ ਨਾਲ ਆਪਾਂ ਨੂੰ ਇਹ ਜੋ ਸੁਭਾਗ ਸਮਾਂ ਪਿਛਲੇ ਕਾਫੀ ਲੰਮੇ ਸਮੇਂ ਤੋਂ ਆਪ ਜੀ ਲਾਹਾ ਲੈਂਦੇ ਆ ਰਹੇ ਹੋ, ਇਹ ਵੀ ਮਹਾਰਾਜ ਦਾ ਬਹੁਤ ਵੱਡਾ ਤਰਸ ਹੈ ਸਾਡੇ ਸਾਰਿਆਂ ਤੇ। ਜੇ ਆਪਾਂ ਆਖੀਏ ਨਾ ਵੀ ਇਹ ਆਪਣੇ ਉਦਮ ਦੇ ਨਾਲ ਨਹੀਂ, ਸਾਧ ਸੰਗਤ ਜੀ ਇਹ ਮਹਾਰਾਜ ਦਾ ਤਰਸ ਹੈ, ਮਹਾਰਾਜ ਦੀ ਕਿਰਪਾ ਹੈ। ਬੜੀ ਵੱਡੀ ਗਿਣਤੀ ਦੇ ਵਿੱਚ ਹਰ ਰੋਜ਼ ਆਪ ਜੀ ਸਤਸੰਗ ਦੇ ਨਾਲ ਜੁੜਦੇ ਹੋ। ਕਈਆਂ ਦਾ ਬਾਅਦ ਵਿੱਚ ਸਮਾਂ ਹੁੰਦਾ, ਉਹ ਬਾਅਦ ਵਿੱਚ ਸੁਣਦੇ ਨੇ। ਮਹਾਰਾਜ ਦੀ ਰਹਿਮਤ ਹੈ, ਸੱਚੇ ਪਾਤਸ਼ਾਹ ਕਿਰਪਾ ਬਣਾਈ ਰੱਖਣ। ਇਹ ਸਾਰੀਆਂ ਸਾਖੀਆਂ ਭਗਤ ਸਾਹਿਬਾਨਾਂ ਦੇ ਪਵਿੱਤਰ ਜੀਵਨ, ਇਹ ਵਿਚਾਰਨ ਤੋਂ ਭਾਵ ਕੀ ਹੈ ਵੀ ਉਹਨਾਂ ਪਵਿੱਤਰ ਸਾਖੀਆਂ ਨੂੰ, ਪਵਿੱਤਰ ਇਤਿਹਾਸ ਨੂੰ ਸੁਣ ਕੇ ਸਾਡਿਆਂ ਮਨਾਂ ਦੇ ਵਿੱਚ ਵੀ ਸ਼ਰਧਾ ਪੈਦਾ ਹੋ ਜੇ, ਭਾਵਨਾ ਪੈਦਾ ਹੋ ਜੇ ਵੀ ਮਹਾਰਾਜ ਕਿਰਪਾ ਕਰੋ, ਰਹਿਮਤ ਕਰੋ, ਅਸੀਂ ਵੀ ਇਸ ਭਗਤੀ ਮਾਰਗ ਦੇ ਉੱਤੇ ਚੱਲ ਸਕੀਏ। ਅੱਜ ਜਿਹੜੇ ਮਹਾਨ ਮਹਾਂਪੁਰਖ ਦਾ ਆਪ ਜੀ ਦੇ ਨਾਲ ਜੀਵਨ ਸਾਂਝਾ ਕਰਨਾ ਹੈ, ਉਹਨਾਂ ਦਾ ਸੰਬੰਧ ਹੈ ਦੁਆਪਰ ਯੁੱਗ ਦੇ ਨਾਲ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਬਾਣੀ ਦੇ ਵਿੱਚ ਉਹਨਾਂ ਦਾ ਜ਼ਿਕਰ ਆਇਆ ਜੀ ਜ਼ਰੂਰ। ਭਾਈ ਗੁਰਦਾਸ ਸਾਹਿਬ ਜੀਆਂ ਨੇ ਵੀ ਸਾਧ ਸੰਗਤ ਜੀ ਉਹਨਾਂ ਦੀ ਬਾਬਤ ਵਿਸ਼ੇਸ਼ ਕਰਕੇ ਆਪਣੀ 10ਵੀਂ ਵਾਰ ਦੇ ਵਿੱਚ ਬਚਨ ਦਰਜ ਕੀਤੇ ਨੇ। ਦੁਆਪਰ ਯੁੱਗ ਦੇ ਅਵਤਾਰ ਹੋਏ ਨੇ ਜੀ ਸ੍ਰੀ ਕ੍ਰਿਸ਼ਨ ਮਹਾਰਾਜ, ਸ੍ਰੀ ਕ੍ਰਿਸ਼ਨ ਜੀ ਮਹਾਰਾਜ, ਭਗਵਾਨ ਕ੍ਰਿਸ਼ਨ ਜੀ। ਸ੍ਰੀ ਕ੍ਰਿਸ਼ਨ ਜੀ ਮਹਾਰਾਜ ਤੇ ਉਹਨਾਂ ਦਾ ਬਹੁਤ ਪਿਆਰਾ ਮਿੱਤਰ ਸੁਦਾਮਾ ਇਕੱਠੇ ਪੜ੍ਹਦੇ ਸੀ ਬਚਪਨ ਦੇ ਵਿੱਚ ਸੰਦੀਪਨ ਰਿਸ਼ੀ ਜੀ ਦੇ ਆਸ਼ਰਮ ਦੇ ਵਿੱਚ। ਉਹ ਸਮਾਂ ਕੁਛ ਇਹੋ ਜਿਹਾ ਸੀ ਸਾਧ ਸੰਗਤ ਜੀ ਵੀ ਚਾਹੇ ਕੋਈ ਅਮੀਰ ਦਾ ਬੱਚਾ ਹੁੰਦਾ, ਚਾਹੇ ਗਰੀਬ ਦਾ ਬੱਚਾ ਹੁੰਦਾ, ਮਹਾਂਪੁਰਸ਼ਾਂ ਦੇ ਆਸ਼ਰਮਾਂ ਦੇ ਵਿੱਚ ਵਿਦਿਆ ਪੜ੍ਹੀ ਜਾਂਦੀ ਸੀ। ਮਹਾਂਪੁਰਸ਼ਾਂ ਦੇ ਆਸ਼ਰਮਾਂ ਦੇ ਵਿੱਚ ਵਿਦਿਆ ਪੜ੍ਹਦੇ ਸੀ। ਉਹਨਾਂ ਨੂੰ ਉੱਥੇ ਹਰੇਕ ਤਰ੍ਹਾਂ ਦੇ ਹਾਲਾਤ ਦੇ ਨਾਲ ਸਾਹਮਣਾ ਕਰਨ ਦਾ ਪੂਰਾ ਅਭਿਆਸ ਕਰਾਇਆ ਜਾਂਦਾ ਸੀ। ਜੇ ਕਿਸੇ ਗਰੀਬ ਦਾ ਬੱਚਾ ਹੈ ਉਹ ਵੀ ਭੁੰਜੇ ਧਰਤੀ ਤੇ ਆਸਣ ਲਾ ਕੇ ਪੈਂਦਾ ਹੈ, ਜੇ ਕਿਸੇ ਅਮੀਰ ਦਾ ਬੱਚਾ ਹੈ ਉਹ ਵੀ ਉਹੋ ਜਿਹੀ ਸਹੂਲਤ ਹੀ ਉਸ ਨੂੰ ਹੈ। ਔਖਿਆਈ ਦੇ ਵਿੱਚ, ਗਰੀਬੀ ਦੇ ਵਿੱਚ ਕਿਵੇਂ ਸਮਾਂ ਪਾਸ ਕਰਨਾ ਹੈ ਉਹਨਾਂ ਨੂੰ ਸਿਖਾਇਆ ਜਾਂਦਾ ਹੈ। ਮੈਂ ਥੋੜ੍ਹਾ ਜਿਹਾ ਪ੍ਰਕਰਣ ਤੋਂ ਬਾਹਰ ਜਾ ਕੇ ਬੇਨਤੀ ਕਰਦਾ ਹਾਂ, ਅੱਜ ਅਸੀਂ ਆਪਣੇ ਬੱਚਿਆਂ ਨੂੰ ਇੰਨੀਆਂ ਕੁ ਜ਼ਿਆਦਾ ਸਹੂਲਤਾਂ, ਇੰਨੀਆਂ ਕੁ ਜ਼ਿਆਦਾ ਸਾਧ ਸੰਗਤ ਜੀ,
ਇੰਨੇ ਕੁ ਸਾਧਨ ਦੇ ਦਿੱਤੇ ਨੇ ਵੀ ਜੇ ਕਦੇ ਜ਼ਿੰਦਗੀ ਦੇ ਵਿੱਚ ਇਹਨਾਂ ਨੂੰ ਵਿਪਤਾ ਦਾ, ਔਕੜ ਦਾ ਸਾਹਮਣਾ ਕਰਨਾ ਪੈ ਜੇ ਤੇ ਬਹੁਤ ਮੁਸ਼ਕਲ ਆਏਗੀ, ਕਿਉਂਕਿ ਇਹਨਾਂ ਨੇ ਬੁਰਾ ਸਮਾਂ ਵੇਖਿਆ ਹੀ ਨਹੀਂ, ਮਾੜਾ ਸਮਾਂ ਇਹਨਾਂ ਨੇ ਵੇਖਿਆ ਨਹੀਂ। ਤੇ ਜਿਹੜੇ ਮਾੜੇ ਸਮੇਂ ਦੇ ਵਿੱਚ ਆਪਣੇ ਆਪ ਨੂੰ ਸਟੈਂਡ ਕਰ ਲੈਂਦੇ ਨੇ, ਆਪਣੇ ਆਪ ਨੂੰ ਸੰਭਾਲ ਲੈਂਦੇ ਨੇ, ਉਹ ਚੰਗੇ ਸਮੇਂ ਦਾ ਕਦੇ ਮਾਣ ਨਹੀਂ ਕਰਦੇ। ਜਿਹੜਾ ਗਰੀਬੀ ਦੇ ਵਿੱਚ ਸਮਾਂ ਪਾਸ ਕਰਨਾ ਸਿੱਖ ਜਾਵੇ, ਉਹ ਅਮੀਰੀ ਦਾ ਕਦੇ ਮਾਣ ਨਹੀਂ ਕਰਦਾ। ਹੁਣ ਆਪਾਂ ਸਾਰਾ ਕੁਝ ਕੀਤਾ ਕਰਾਇਆ ਬੱਚਿਆਂ ਨੂੰ ਦਿੰਦੇ ਆ, ਇਹਨਾਂ ਨੂੰ ਨਹੀਂ ਪਤਾ ਵੀ ਇਹ ਕਿੱਦਾਂ ਹੋਣਾ ਹੈ। ਤੇ ਸਾਧ ਸੰਗਤ ਜਿਵੇਂ ਕਾਗਜ਼ੀ ਸ਼ੇਰ ਬਣਾ ਰਹੇ ਆਪਾਂ, ਕਾਗਜ਼ੀ ਸ਼ੇਰ, ਪਰ ਉਸ ਸਮੇਂ ਦਾ ਅਭਿਆਸ, ਦੁੱਖ ਸੁੱਖ ਦੀਆਂ ਥਪੇੜਾਂ ਕਿਵੇਂ ਝੱਲਣੀਆਂ ਹਨ, ਦੁੱਖ ਸੁੱਖ ਦੇ ਸਮੇਂ ਦੇ ਵਿੱਚ, ਔਖਿਆਈ ਦੇ ਸਮੇਂ ਦੇ ਵਿੱਚ, ਗਰੀਬੀ ਦੇ ਸਮੇਂ ਦੇ ਵਿੱਚ ਕਿਵੇਂ ਸਮਾਂ ਲੰਘਾਉਣਾ ਹੈ। ਜੇ ਤਜਰਬਾ ਹੋਏਗਾ ਤੇ ਫਿਰ ਇਹ ਕਦੇ ਵੀ ਡੋਲਣਗੇ ਨਹੀਂ, ਤੇ ਜੇ ਤਜਰਬਾ ਨਹੀਂ ਹੋਏਗਾ ਤੇ ਡੋਲ ਜਾਣਗੇ ਵੀ ਹੁਣ ਕਿਵੇਂ ਹੋਊ, ਹੁਣ ਕਿਵੇਂ ਹੋਊ। ਤੋ ਇਹ ਵੀ ਇੱਕ ਬਹੁਤ ਵੱਡੀ ਉਸ ਵੇਲੇ ਦੇ ਲੋਕਾਂ ਦੀ ਬੜੀ ਸਿਆਣਪ ਸੀ ਕਿ ਬੱਚਿਆਂ ਨੂੰ ਮਹਾਂਪੁਰਸ਼ਾਂ ਦੇ ਆਸ਼ਰਮਾਂ ਦੇ ਵਿੱਚ ਪੜ੍ਹਾਇਆ ਜਾਂਦਾ, ਤੇ ਸਾਧੂ ਸੰਤ ਮਹਾਤਮਾ ਮਹਾਂਪੁਰਸ਼ ਜਿਹੜੇ ਹੁੰਦੇ ਸੀ ਉਹ ਪ੍ਰੈਕਟੀਕਲ ਕਰਾਉਂਦੇ ਸੀ ਹਰੇਕ ਚੀਜ਼ ਦਾ, ਪ੍ਰੈਕਟੀਕਲ, ਸੇਵਾ ਦਾ ਵੀ, ਸਿਮਰਨ ਦਾ ਵੀ, ਸਤਸੰਗ ਦਾ ਵੀ, ਵਿਦਿਆ ਦਾ ਵੀ। ਇਹ ਨਹੀਂ ਵੀ ਇਕੱਲਾ ਅੱਖਰੀ ਗਿਆਨ ਜਿਵੇਂ ਹੁਣ ਅੱਜ ਚੱਲ ਰਿਹਾ ਨਾ, ਅੱਖਰੀ ਗਿਆਨ ਹੈ, ਅੰਗਰੇਜ਼ੀ ਬੜੀ ਵਧੀਆ ਬੋਲ ਲੈਂਦੇ ਐ, ਸਾਇੰਸ ਬੜੀ ਵਧੀਆ ਜਾਣਦੇ ਐ, ਹਿਸਾਬ ਕਿਤਾਬ ਬੜਾ ਵਧੀਆ ਜਾਣਦੇ ਐ, ਸਿੱਖ ਲੈਂਦੇ ਐ, ਪਰ ਸਮਾਜ ਦੇ ਵਿੱਚ ਵਿਚਰਨਾ ਕਿਵੇਂ ਹੈ, ਇੱਕ ਚੰਗੇ ਨਾਗਰਿਕ ਕਿਵੇਂ ਬਣਨਾ ਹੈ। ਹੁਣ ਕਿੰਨੀਆਂ ਉਦਾਹਰਣਾਂ ਨੇ ਸਮਾਜ ਦੇ ਵਿੱਚ ਵੀ ਚੰਗੇ ਚੰਗੇ ਉੱਚੇ ਅਹੁਦਿਆਂ 'ਤੇ ਬੈਠੇ ਹੋਏ ਲੋਕ ਰਿਸ਼ਵਤਖੋਰੀ ਕਰਦੇ ਆ, ਚੰਗੇ ਚੰਗੇ ਡਿਗਰੀਆਂ ਪ੍ਰਾਪਤ ਜਿਹੜੇ ਡਾਕਟਰ ਨੇ ਉਹ ਮਰਿਆਂ ਹੋਇਆਂ ਦੇ ਵੀ ਪੈਸੇ ਵੱਟਦੇ ਆ। ਉੱਚੇ ਉੱਚੇ ਅਹੁਦੇ ਪ੍ਰਾਪਤ ਕਰ ਲੈਣੇ ਵਿਦਿਆ ਪ੍ਰਾਪਤ ਕਰਕੇ, ਪਰ ਚੰਗੇ ਇਨਸਾਨ ਬਣਨਾ ਵੀ ਤਾਂ ਜ਼ਰੂਰੀ ਹੈ। ਚੰਗੇ ਇਨਸਾਨ ਬਣਿਆ ਤੋਂ ਬਿਨਾਂ ਉੱਚੀ ਵਿਦਿਆ ਵੀ ਨਰਕਾਂ ਨੂੰ ਲੈ ਜਾਏਗੀ। ਤੋ ਇਸ ਪ੍ਰਕਾਰ ਖੈਰ ਆਪਣੇ ਪ੍ਰਕਰਣ ਤੇ ਆਈਏ। ਕਹਿੰਦੇ ਜੀ ਸੁਦਾਮਾ ਜੀ ਤੇ ਕ੍ਰਿਸ਼ਨ ਜੀ ਇਕੱਠੇ ਪੜ੍ਹਦੇ ਸੀ, ਦੋਵੇਂ ਜਣੇ ਇਕੱਠੇ ਪੜ੍ਹਦੇ ਸੀ ਬਚਪਨ ਦੇ ਵਿੱਚ। ਇੱਕੋ ਹੀ ਕੁਟੀਆ ਦੇ ਵਿੱਚ ਇਹਨਾਂ ਦਾ ਦੋਵਾਂ ਦਾ ਆਸਣ ਸੀ, ਬੈਠਣਾ ਉੱਠਣਾ, ਸੌਣਾ, ਹੱਸਣਾ ਖੇਡਣਾ, ਖਾਣਾ ਪੀਣਾ, ਬਹੁਤ ਪ੍ਰੇਮ ਸੀ ਸੁਦਾਮਾ ਤੇ ਕ੍ਰਿਸ਼ਨ ਜੀ ਦਾ। ਇੱਕ ਦਿਨ ਇਹਨਾਂ ਦੀ ਗੁਰੂ ਮਾਤਾ ਨੇ ਇਹਨਾਂ ਨੂੰ ਜੰਗਲ ਦੇ ਵਿੱਚੋਂ ਲੱਕੜੀਆਂ ਲੈਣ ਵਾਸਤੇ ਭੇਜਿਆ, ਲੰਗਰ ਵਾਸਤੇ ਲੋੜ ਸੀ, ਲੱਕੜੀਆਂ ਲੈਣ ਵਾਸਤੇ ਭੇਜਣਾ ਕੀਤਾ। ਆਪਣੀ ਗੁਰੂ ਮਾਤਾ ਦੇ ਆਖੇ ਲੱਗ ਕੇ ਤੇ ਬਚਨ ਮੰਨ ਕੇ ਲੱਕੜੀਆਂ ਲੈਣ ਵਾਸਤੇ ਦੋਵੇਂ ਤੁਰ ਪਏ। ਸ੍ਰੀ ਕ੍ਰਿਸ਼ਨ ਜੀ ਮਹਾਰਾਜ ਥੋੜਾ ਜਿਹਾ ਅੱਗੇ ਜਾ ਰਹੇ ਤੇ ਸੁਦਾਮਾ ਜੀ ਥੋੜਾ ਜਿਹਾ ਪਿੱਛੇ ਨੇ, ਤੇ ਗੁਰੂ ਮਾਤਾ ਨੇ ਆਵਾਜ਼ ਮਾਰੀ ਸੁਦਾਮੇ ਨੂੰ। ਸੁਦਾਮਾ ਜੀ ਵਾਪਸ ਗਏ। ਮਾਤਾ ਜੀ ਕਹਿਣ ਲੱਗੇ, ਕਹਿੰਦੇ ਬੇਟਾ ਸੁਦਾਮੇ, ਤੁਹਾਨੂੰ ਬਹੁਤਾ ਸਮਾਂ ਲੱਗ ਸਕਦਾ, ਭੁੱਖ ਲੱਗ ਜਾਏਗੀ, ਤੁਸੀਂ ਇੱਦਾਂ ਕਰੋ, ਥੋੜਾ ਜਿਹਾ ਆ ਭੁੱਜੇ ਹੋਏ ਛੋਲੇ ਨੇ ਲੈ ਜਾਓ, ਜੇ ਲੋੜ ਪਈ ਤੇ ਛਕ ਲਿਓ। ਠੀਕ ਹੈ ਜੀ। ਹੁਣ ਆਪਣੇ ਲੜ ਬੰਨ੍ਹ ਲਏ। ਹੁਣ ਇਸ ਬਾਬਤ ਸ੍ਰੀ ਕ੍ਰਿਸ਼ਨ ਮਹਾਰਾਜ ਨੂੰ ਨਹੀਂ ਪਤਾ। ਚਲੇ ਗਏ ਜੰਗਲ ਦੇ ਵਿੱਚ, ਲੱਕੜੀਆਂ ਇਕੱਠੀਆਂ ਕਰਦੇ ਨੇ। ਹੋਰ ਅੱਛਾ ਚਲੋ, ਉਸ ਵੇਲੇ ਕਹਿੰਦੇ ਜੀ ਬਾਰਿਸ਼ ਆ ਜਾਂਦੀ ਹੈ। ਬਾਰਿਸ਼ ਆ ਜਾਂਦੀ ਹੈ, ਦੋਵੇਂ ਜਣੇ ਪਾਣੀ ਤੋਂ ਬਚਣ ਦੇ ਮਾਰੇ ਇੱਕ ਦਰਖਤ ਤੇ ਚੜ੍ਹ ਕੇ ਬੈਠ ਜਾਂਦੇ ਨੇ। ਉੱਪਰਲੀ ਟਾਹਣੀ ਤੇ ਸੁਦਾਮਾ ਜੀ ਬੈਠੇ ਨੇ, ਹੇਠਲੇ ਟਾਹਣੇ ਦੇ ਉੱਤੇ ਸ੍ਰੀ ਕ੍ਰਿਸ਼ਨ ਜੀ ਮਹਾਰਾਜ ਬੈਠੇ ਨੇ। ਬਾਰਿਸ਼ ਰੁਕਣ ਦਾ ਨਾਂ ਨਹੀਂ ਲੈ ਰਹੀ, ਬੈਠੇ ਨੇ ਜੀ। ਅੱਛਾ ਜੀ ਚਲੋ, ਫਿਰ ਸੁਦਾਮੇ ਨੂੰ ਭੁੱਖ ਲੱਗ ਗਈ। ਭੁੱਖ ਤਾਂ ਸ੍ਰੀ ਕ੍ਰਿਸ਼ਨ ਮਹਾਰਾਜ ਨੂੰ ਵੀ ਲੱਗੀ ਹੋਈ ਸੀ। ਸੁਦਾਮੇ ਦੇ ਮਨ ਵਿੱਚ ਕੀ ਆਇਆ, ਬਈ ਜਿਹੜੇ ਚਣੇ ਨੇ ਇਹ ਥੋੜੇ ਨੇ, ਜੇ ਮੈਂ ਕ੍ਰਿਸ਼ਨ ਜੀ ਨੂੰ ਵੀ ਦਿੱਤੇ ਤੇ ਮੇਰੇ ਲਈ ਘਟ ਜਾਣਗੇ, ਤੇ ਵੀ ਪਤਾ ਤਾਂ ਕ੍ਰਿਸ਼ਨ ਜੀ ਨੂੰ ਹੈ ਹੀ ਨਹੀਂ ਵੀ ਮੈਨੂੰ ਗੁਰੂ ਮਾਤਾ ਨੇ ਛੋਲੇ ਭੁੱਜੇ ਹੋਏ ਦਿੱਤੇ ਨੇ ਖਾਣ ਲਈ, ਕਿਉਂ ਨਾ ਮੈਂ ਇਕੱਲਾ ਹੀ ਖਾ ਲਵਾਂ। ਉਹ ਹੌਲੀ ਦੇਣੀ ਪੋਟਲੀ ਖੋਲ੍ਹਦਾ ਹੈ, ਥੋੜ੍ਹੇ ਜਿਹੇ ਛੋਲੇ ਕੱਢਦਾ, ਮੂੰਹ 'ਚ ਪਾ ਲੈਂਦਾ, ਚੱਬਦਾ ਹੈ, ਖਾਂਦਾ ਹੈ। ਅੱਛਾ ਫਿਰ ਹੋਰ ਕੱਢਦਾ, ਖਾਂਦਾ ਹੈ। ਹੁਣ ਉਹ ਛੋਲੇ ਚੱਬਣ ਦੀ ਜਿਹੜੀ ਦੰਦਾਂ ਦੀ ਆਵਾਜ਼ ਹੈ ਉਹ ਸ੍ਰੀ ਕ੍ਰਿਸ਼ਨ ਮਹਾਰਾਜ ਨੂੰ ਵੀ ਸੁਣ ਜਾਂਦੀ ਹੈ। ਕ੍ਰਿਸ਼ਨ ਜੀ ਮਹਾਰਾਜ ਕਹਿੰਦੇ ਸੁਦਾਮਿਆ ਕੀ ਖਾਨਾ ਹੈ ਬਈ ਤੂੰ?
ਕਹਿੰਦਾ ਜੀ ਕੁਛ ਵੀ ਨਹੀਂ ਖਾਂਦਾ। ਕਹਿੰਦੇ ਤੂੰ ਝੂਠ ਤਾਂ ਨਹੀਂ ਬੋਲਦਾ? ਨਾ ਜੀ ਮੈਂ ਝੂਠ ਤੁਹਾਡੇ ਕੋਲੇ ਕਾਹਨੂੰ ਬੋਲਣਾ? ਕਹਿੰਦੇ ਨਹੀਂ ਤੂੰ ਕੁਛ ਖਾਣਾ ਹੈ। ਕਹਿੰਦੇ ਨਹੀਂ। ਕਹਿੰਦੇ ਤੇਰੇ ਦੰਦ ਵੱਜਦਿਆਂ ਦੀ ਆਵਾਜ਼ ਆਉਂਦੀ ਹੈ, ਦੰਦ ਤੇਰੇ ਕੜਕਦੇ ਸੁਣਦੇ ਨੇ। ਸੁਦਾਮਾ ਕਹਿੰਦਾ ਮਹਾਰਾਜ ਮੇਰੇ ਦੰਦ ਤਾਂ ਠੰਡ ਕਰਕੇ ਵੱਜ ਰਹੇ। ਝੂਠ ਬੋਲ ਦਿੱਤਾ, ਝੂਠ ਬੋਲ ਦਿੱਤਾ, ਝੂਠ ਬੋਲ, ਮੇਰੇ ਦੰਦ ਵੱਜਦੇ ਨੇ ਠੰਡ ਦੇ ਨਾਲ। ਹੁਣ ਉਹ ਕਹਿੰਦੇ ਖਬਨੀ ਪਤਾ ਨਹੀਂ ਹੈ ਕ੍ਰਿਸ਼ਨ ਮਹਾਰਾਜ ਤਾਂ ਮੌਕੇ ਦੇ ਯੁੱਗ ਦੇ ਅਵਤਾਰ ਸੀਗੇ ਜੀ। ਜੀ ਜਾਣੀ ਜਾਣ ਦਿਲਾਂ ਦੀਆਂ ਜਾਣਦਾ, ਜਾਣ ਦਿਲਾਂ ਦੀਆਂ ਜਾਣਦਾ, ਜਾਣੀ 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 ਜਾਣ ਦਿਲਾਂ ਦੀਆਂ ਜਾਣਦਾ। ਬਿਨ ਬੋਲੇ ਰਾਮ ਜਪ ਪਛਾਣਦਾ, ਬੋਲੇ ਰਾਮ ਜਪ ਪਛਾਣਦਾ, ਜਾਣੀ ਜਾਣ ਦਿਲਾਂ ਦੀਆਂ, ਜਾਣੀ ਜਾਣ ਦਿਲਾਂ ਦੀਆਂ ਜਾਣਦਾ। ਬਿਨ ਬੋਲੇ ਰਾਮ ਜਪ ਪਛਾਣਦਾ, ਜਾਣ ਦਿਲਾਂ ਦੀਆਂ ਜਾਣਦਾ, ਜਾਣੀ ਜਾਣ ਦਿਲਾਂ ਦੀਆਂ ਜਾਣਦਾ। ਬਿਨ ਬੋਲੇ ਰਾਮ ਜਪ ਪਛਾਣਦਾ, ਜਾਣ ਦਿਲਾਂ ਦੀਆਂ ਜਾਣਦਾ, ਜਾਣੀ ਜਾਣ ਦਿਲਾਂ ਦੀਆਂ ਜਾਣਦਾ। ਬਿਨ ਬੋਲੇ ਰਾਮ ਜਪ ਪਛਾਣਦਾ, ਬੋਲੇ ਰਾਮ ਜਪ ਪਛਾਣਦਾ, ਜਾਣੀ ਜਾਣ ਦਿਲਾਂ ਦੀਆਂ, ਜਾਣੀ ਜਾਣ ਦਿਲਾਂ ਦੀਆਂ ਜਾਣਦਾ। ਬਿਨ ਬੋਲੇ ਰਾਮ ਜਪ ਪਛਾਣਦਾ, ਜਾਣ ਦਿਲਾਂ ਦੀਆਂ ਜਾਣਦਾ, ਜਾਣੀ ਜਾਣ ਦਿਲਾਂ ਦੀਆਂ ਜਾਣਦਾ। ਬਿਨ ਬੋਲੇ ਰਾਮ ਜਪ ਪਛਾਣਦਾ, ਜਾਣ ਦਿਲਾਂ ਦੀਆਂ ਜਾਣਦਾ, ਜਾਣੀ ਜਾਣ ਦਿਲਾਂ ਦੀਆਂ ਜਾਣਦਾ। ਬਿਨਾਂ ਬੋਲਿਆ ਹੀ ਉਹ ਤਾਂ ਜਾਣਦੇ ਸੀ ਜੀ ਵੀ ਇਹ ਗੱਲ ਕੁਛ ਹੋਰ ਹੈ। ਸ੍ਰੀ ਕ੍ਰਿਸ਼ਨ ਜੀ ਮਹਾਰਾਜ ਸਾਧ ਸੰਗਤ ਜੀ ਉਸ ਵੇਲੇ ਕਹਿੰਦੇ ਨੇ, ਕਹਿੰਦੇ ਸੁਦਾਮਿਆ ਤੂੰ ਕੁਛ ਖਾ ਰਿਹਾ? ਕਹਿੰਦਾ ਨਾ ਜੀ ਉਹ ਤਾਂ ਠੰਡ ਨਾਲ ਦੰਦ ਵੱਜਦੇ ਆ। ਉਸ ਵੇਲੇ ਬਚਨ ਨਿਕਲ ਗਿਆ ਸ੍ਰੀ ਕ੍ਰਿਸ਼ਨ ਮਹਾਰਾਜ ਤੋਂ, ਕਹਿੰਦੇ ਜਾ ਉਹ ਦਲਿੱਦਰੀਆ, ਛੋਲਿਆਂ ਦੀ ਮੁੱਠ ਬਦਲੇ ਝੂਠ ਬੋਲ ਗਿਆ। ਜਾਓ ਕਹਿੰਦੇ ਦਲਿੱਦਰੀਆ। ਬਸ ਉਹ ਜੀ ਸਹਿਜ ਸੁਭਾਅ ਨਿਕਲਿਆ ਹੋਇਆ ਬਚਨ ਸੀ ਸ੍ਰੀ ਕ੍ਰਿਸ਼ਨ ਮਹਾਰਾਜ ਦਾ। ਯੁੱਗ ਪੁਰਸ਼ ਸੀਗੇ ਜੀ ਕ੍ਰਿਸ਼ਨ ਜੀ ਮਹਾਰਾਜ, ਯੁੱਗ ਪੁਰਸ਼, ਸਹਿਜ ਸੁਭਾਅ ਬਚਨ ਨਿਕਲ ਗਿਆ। ਸਮੇਂ ਅਨੁਸਾਰ ਪੜ੍ਹਾਈ ਪੂਰੀ ਕਰਕੇ ਕ੍ਰਿਸ਼ਨ ਮਹਾਰਾਜ ਵੀ ਉੱਥੋਂ ਆ ਗਏ, ਸੁਦਾਮਾ ਜੀ ਵੀ ਆ ਗਏ। ਕ੍ਰਿਸ਼ਨ ਜੀ ਮਹਾਰਾਜ ਦਵਾਰਕਾ ਦੇ ਰਾਜੇ ਬਣ ਗਏ ਤੇ ਸੁਦਾਮੇ ਦੇ ਉੱਤੇ ਐਸਾ ਭਾਣਾ ਵਰਤਿਆ, ਮਾਤਾ ਪਿਤਾ ਵੀ ਥੋੜੇ ਸਮੇਂ ਬਾਅਦ ਚੜ੍ਹਾਈ ਕਰ ਗਏ। ਇਹਦੇ ਤੇ ਅੱਤ ਦੀ ਗਰੀਬੀ ਆ ਗਈ। ਬ੍ਰਾਹਮਣ ਪਰਿਵਾਰ ਦੇ ਵਿੱਚੋਂ ਸੀ ਇਹ ਜੀ। ਇਹਦੇ ਤੇ ਅੱਤ ਦੀ ਗਰੀਬੀ ਆ ਗਈ ਤੇ ਸਾਧ ਸੰਗਤ ਜੀ 2 ਵਕਤ ਦੀ ਰੋਟੀ ਮਸੀਂ ਮਿਲਦੀ, 2 ਵਕਤ ਦਾ ਪ੍ਰਸ਼ਾਦ। ਦਲਿੱਦਰ ਤਾਂ ਹਰ ਵੇਲੇ ਘਰ ਦੇ ਵਿੱਚ, ਤੇ ਕਦੇ ਕਦੇ ਨਾ ਇਹ ਆਪਣੀ ਪਤਨੀ ਦੇ ਕੋਲ ਬੈਠਾ ਕਿਹਾ ਕਰੇ, ਠੀਕ ਹੈ ਅੱਜ ਸਾਡੇ ਤੇ ਗਰੀਬੀ ਹੈ, ਦਿਨ ਮਾੜੇ ਚੱਲਦੇ ਨੇ, ਪਰ ਤੈਨੂੰ ਪਤਾ ਜਿਹੜੇ ਦਵਾਰਕਾਪੁਰੀ ਦੇ ਰਾਜੇ ਨੇ ਸ੍ਰੀ ਕ੍ਰਿਸ਼ਨ ਮਹਾਰਾਜ, ਉਹ ਮੇਰੇ ਮਿੱਤਰ ਨੇ। ਮਿੱਤਰ ਵੀ ਇਹੋ ਜਿਹੇ ਵੀ ਅਸੀਂ ਇੱਕੋ ਹੀ ਕੁਟੀਆ ਵਿੱਚ ਰਹਿੰਦੇ ਸੀ, ਹਰ ਪਲ ਇੱਕ ਦੂਜੇ ਦਾ ਖਿਆਲ ਰੱਖਦੇ ਸੀ, ਖਾਣਾ ਪੀਣਾ ਸੌਣਾ ਬਹਿਣਾ ਸਾਰਾ ਹੀ ਸਾਡਾ ਇਕੱਠਾ ਸੀ। ਬਹੁਤ ਪ੍ਰੇਮ ਸੀ ਸਾਡਾ ਆਪਸ ਵਿੱਚ, ਬਹੁਤ ਪ੍ਰੇਮ ਸੀ। ਤੇ ਉਹ ਮੇਰੇ ਮਿੱਤਰ ਨੇ ਬਚਪਨ ਦੇ। ਉਹ ਸੁਣਿਆ ਕਰੇ, ਸੁਸ਼ੀਲਾ ਨਾਂ ਸੀ ਉਹਦਾ ਜੀ, ਸੁਦਾਮੇ ਦੀ ਪਤਨੀ ਦਾ। ਸੁਸ਼ੀਲਾ ਸੁਣਿਆ ਕਰੇ, ਹਾਂ ਹਾਂ ਕਰ ਛੱਡਿਆ ਕਰੇ। ਜਦੋਂ ਫੇਰ ਸ੍ਰੀ ਕ੍ਰਿਸ਼ਨ ਮਹਾਰਾਜ ਦੀ ਗੱਲ ਚੱਲਿਆ ਕਰੇ ਤੇ ਫੇਰ ਉਹੀ ਗੱਲ ਕਿਹਾ ਕਰੇ ਵੀ ਸ੍ਰੀ ਕ੍ਰਿਸ਼ਨ ਮਹਾਰਾਜ ਤੇ ਮੇਰੇ ਮਿੱਤਰ ਨੇ ਉਹ ਤਾਂ। ਇੱਕ ਦਿਨ ਅੱਕ ਕੇ ਸੁਸ਼ੀਲਾ ਨੇ ਸੁਦਾਮੇ ਨੂੰ ਕਹਿ ਦਿੱਤਾ, ਕਹਿੰਦੀ ਪਤੀ ਦੇਵ ਮੈਂ ਬਹੁਤ ਮੇਰੀ ਆਹ ਗੱਲ ਸੁਣ ਹਟੀ ਆਂ,
ਵੀ ਕ੍ਰਿਸ਼ਨ ਮਹਾਰਾਜ ਦੁਆਰਕਾ ਦੇ ਰਾਜੇ ਆ ਜਿਹੜੇ, ਉਹ ਤੁਹਾਡੇ ਮਿੱਤਰ ਨੇ। ਪਰ ਮੈਂ ਹੁਣ ਅੱਜ ਅੱਕ ਕੇ ਇੱਕ ਗੱਲ ਕਹਿਣ ਲੱਗੀ ਆ, ਬਈ ਮਿੱਤਰ ਰਾਜਾ ਹੋਵੇ ਤੇ ਦੂਜਾ ਮਿੱਤਰ ਮੰਗਦਾ ਫਿਰਦਾ ਹੋਵੇ, ਭੁੱਖਾ ਮਰਦਾ ਹੋਵੇ, ਤੇ ਮਿੱਤਰ ਉਹਦੀ ਸਾਰ ਨਾ ਲਵੇ, ਇਹੋ ਜਿਹੀ ਮਿੱਤਰਤਾ ਦਾ ਕੀ ਫਾਇਦਾ? ਇਹ ਕਾਹਦੀ ਮਿੱਤਰਤਾ ਤੁਹਾਡੀ? ਜੇ ਉਹ ਮਿੱਤਰ ਹੈ ਤੁਹਾਡਾ, ਤੇਰਾ ਮਿੱਤਰ ਜੇ ਦੁਆਰਕਾ ਦਾ ਰਾਜਾ, ਤੂੰ ਕਾਹਤੋਂ ਫਿਰਦੈਂ ਮੰਗਦਾ? ਤੇਰਾ ਮਿੱਤਰ ਜੇ ਦੁਆਰਕਾ ਦਾ, ਤੂੰ ਕਾਹਤੋਂ ਫਿਰਦੈਂ ਮੰਗਦਾ? ਤੇਰਾ ਮਿੱਤਰ ਜੇ ਦੁਆਰਕਾ ਦਾ ਰਾਜਾ, ਜੀ ਤੂੰ ਕਾਹਤੋਂ ਫਿਰਦੈਂ ਮੰਗਦਾ? ਤੇਰਾ ਮਿੱਤਰ ਜੇ ਦੁਆਰਕਾ ਦਾ ਰਾਜਾ, ਤੂੰ ਕਾਹਤੋਂ ਫਿਰਦੈਂ ਮੰਗਦਾ? ਤੇਰਾ ਮਿੱਤਰ ਦੁਆਰਕਾ ਦਾ ਰਾਜਾ, ਤੂੰ ਕਾਹਤੋਂ ਫਿਰਦੈਂ ਮੰਗਦਾ? ਤੇਰਾ ਮਿੱਤਰ ਦੁਆਰਕਾ ਦਾ ਰਾਜਾ, ਤੂੰ ਕਾਹਤੋਂ ਫਿਰਦੈਂ ਮੰਗਦਾ? ਤੇਰਾ ਮਿੱਤਰ ਜੇ ਦੁਆਰਕਾ ਦਾ ਰਾਜਾ, ਜੀ ਦੁਆਰਕਾ ਦਾ ਰਾਜਾ, ਤੂੰ ਕਾਹਤੋਂ ਫਿਰੇ ਮੰਗਦਾ? ਤੇਰਾ ਮਿੱਤਰ ਜੇ ਦੁਆਰਕਾ ਦਾ, ਤੂੰ ਕਾਹਤੋਂ ਫਿਰੇ ਮੰਗਦਾ? ਤੇਰਾ ਮਿੱਤਰ ਦੁਆਰਕਾ ਦਾ ਰਾਜਾ, ਤੂੰ ਕਾਹਤੋਂ ਫਿਰਦੈਂ ਮੰਗਦਾ? ਤੇਰਾ ਮਿੱਤਰ ਦੁਆਰਕਾ ਦਾ ਰਾਜਾ, ਤੂੰ ਕਾਹਤੋਂ ਫਿਰਦੈਂ ਮੰਗਦਾ? ਤੇਰਾ ਮਿੱਤਰ ਜੇ ਦੁਆਰਕਾ ਦਾ ਰਾਜਾ, ਤੂੰ ਕਾਹਤੋਂ ਫਿਰਦੈਂ ਮੰਗਦਾ? ਤੇਰਾ ਮਿੱਤਰ ਦੁਆਰਕਾ ਦਾ ਰਾਜਾ, ਤੂੰ ਕਾਹਤੋਂ ਫਿਰਦੈਂ ਮੰਗਦਾ? ਵੀ ਜੀ ਤੇਰਾ ਮਿੱਤਰ ਦੁਆਰਕਾ ਦਾ ਰਾਜਾ ਹੈ, ਤਾਂ ਫਿਰ ਤੇਰੇ ਮੰਗਣ ਦਾ ਕੀ ਮਤਲਬ ਹੈ? ਤੂੰ ਮੰਗਦਾ ਫਿਰਦਾ ਹੈ, ਤੂੰ ਤਾਂ ਭੁੱਖਾ ਮਰਦਾ ਫਿਰਦਾ ਹੈ। ਤੂੰ ਕਹਿੰਦਾ ਵੀ ਮੇਰਾ ਮਿੱਤਰ ਹੈ ਜਿਹੜਾ ਉਹ ਦੁਆਰਕਾ ਦਾ ਰਾਜਾ ਹੈ। ਇਹ ਗੱਲ ਬਹੁਤ ਸਾਧ ਸੰਗਤ ਜੀ ਦੁਖਦਾਈ ਸੀ ਸੁਣਨੀ, ਬਹੁਤ ਔਖਾ ਲੱਗਦਾ ਸੀ। ਹੁਣ ਉਹਨੇ ਕਹਿ ਤਾਂ ਦਿੱਤੀ ਸੁਸ਼ੀਲਾ ਨੇ, ਇਹ ਸੁਣ ਕੇ ਸਦਾਮੇ ਦੇ ਅੱਖਾਂ 'ਚ ਪਾਣੀ ਆ ਗਿਆ। ਕਹਿੰਦਾ ਗੱਲ ਤਾਂ ਤੇਰੀ ਠੀਕ ਹੈ, ਵੀ ਮੈਂ ਐਵੇਂ ਤੈਨੂੰ ਕਹਿੰਦਾ ਰਹਿਣਾ ਵੀ ਮੇਰਾ ਮਿੱਤਰ ਹੈ ਉਹ। ਵੀ ਇੱਕ ਮਿੱਤਰ ਰਾਜ ਸਿੰਘਾਸਣ ਤੇ ਬੈਠਾ, ਇੱਕ ਮਿੱਤਰ ਜਿਹੜਾ ਹੈ ਭੁੱਖਾ ਮਰਦਾ ਫਿਰਦਾ, ਇਹ ਤਾਂ ਕੋਈ ਬਰਾਬਰਤਾ ਤਾਂ ਹੋਈ ਨਾ। ਠੀਕ ਹੈ ਵੀ ਤੂੰ ਜਿਹੜੀ ਗੱਲ ਕਹੀ। ਹੁਣ ਸੁਸ਼ੀਲਾ ਨੂੰ ਤਰਸ ਬੜਾ ਆਇਆ ਦੇਖ ਕੇ, ਕਹਿੰਦੀ ਵੀ ਮੈਂ ਐਵੇਂ ਗੱਲ ਕਹਿਤੀ। ਫਿਰ ਆਪਣੇ ਪਤੀ ਨੂੰ ਕਹਿੰਦੀ, ਸੁਦਾਮੇ ਨੂੰ ਕਹਿੰਦੀ, ਸੁਆਮੀ ਵੀ ਚੱਲ ਮੈਂ ਕਹਿਤਾ, ਮੇਰੇ ਮੁਖ ਤੋਂ ਇਹ ਗੱਲ ਨਿਕਲ ਗਈ, ਮੈਂ ਮਾਫੀ ਮੰਗਦੀ ਹਾਂ, ਪਰ ਇੱਕ ਗੱਲ ਹੈ, ਸਲਾਹ ਹੈ ਤੁਹਾਡੇ ਨਾਲ। ਬਈ ਜਦੋਂ ਤੋਂ ਦਵਾਰਕਾਪੁਰੀ ਦੇ ਰਾਜੇ ਬਣੇ ਸ੍ਰੀ ਕ੍ਰਿਸ਼ਨ ਮਹਾਰਾਜ, ਤੁਸੀਂ ਮਿਲਣ ਗਏ ਉਹਨਾਂ ਨੂੰ ਕਦੇ? ਮਿਲਣ ਤਾਂ ਕਦੇ ਗਏ ਹੀ ਨਹੀਂ ਤੁਸੀਂ। ਤੇ ਜੇ ਤੁਸੀਂ ਮਿਲਣ ਜਾਓ, ਉਹਨਾਂ ਨੂੰ ਦੱਸੋ, ਉਹਨਾਂ ਨੂੰ ਤੁਹਾਡਾ ਪਤਾ ਲੱਗ ਜੇ ਵੀ ਹਾਂ ਮੇਰਾ ਮਿੱਤਰ ਇੰਨੀ ਗਰੀਬੀ ਵਿੱਚ ਹੈ, ਉਹਨਾਂ ਨੂੰ ਖਬਰ ਨਹੀਂ ਪਤਾ, ਖਬਰ ਨਹੀਂ ਪਤਾ, ਤੇ ਉਹ ਤੁਹਾਡੇ ਦੁੱਖ ਦੂਰ ਕਰ ਦੇਣਗੇ। ਜਾਓ ਤਾਂ ਸਹੀ ਇੱਕ ਵਾਰੀ। ਭਾਈ ਗੁਰਦਾਸ ਸਾਹਿਬ ਜੀ ਨੇ ਲਿਖਿਆ ਜੀ, ਕਹਿੰਦੇ ਬਿਪ ਸੁਦਾਮਾ ਦਾਲ ਦੀ ਬਾਲ ਸਖਾਈ, ਮਿੱਤਰ ਸਦਾਏ ਲਾਗੂ ਹੋਈ ਬਾਹਮਣੀ, ਮਿਲ ਜਗਦੀਸ਼ ਦਲਿੱਦਰ ਗਵਾਏ। ਜਗਦੀਸ਼ ਨੂੰ ਮਿਲ ਕੇ, ਸ੍ਰੀ ਕ੍ਰਿਸ਼ਨ ਮਹਾਰਾਜ ਨੂੰ ਮਿਲ ਕੇ ਆਪਣੀ ਗਰੀਬੀ ਦੂਰ ਕਰੋ। ਕਹਿੰਦਾ ਨਾ, ਮੈਂ ਨਹੀਂ ਜਾਣਾ, ਮੰਗਣਾ ਮੇਰੇ ਲਈ ਬਹੁਤ ਔਖਾ, ਹੱਥ ਅੱਡਣਾ ਬਹੁਤ ਔਖਾ ਹੈ। ਪੁਰਾਣੇ ਸਿਆਣਿਆਂ ਦੀ ਕਹਾਵਤ ਹੈ, ਮੰਗਣ ਗਿਆ ਸੋ ਮਰ ਗਿਆ, ਮੰਗਣ ਮੂਲ ਨਾ ਜਾ। ਮੈਂ ਮੰਗਣ ਨਹੀਂ ਜਾਣਾ। ਜੇ ਤੁਹਾਨੂੰ ਕੋਈ ਜਾਚਕ ਮਿਲਦਾ ਨਾ, ਹੱਥ ਅੱਡਦਾ ਤੁਹਾਡੇ ਅੱਗੇ, ਕਦੇ ਮਖੌਲ ਨਾ ਕਰੋ ਜੇ ਨਹੀਂ ਵੀ ਕੁਝ ਦੇ ਸਕਦੇ, ਕਿਉਂਕਿ ਜਿਹੜਾ ਮੰਗਣਾ ਹੈ ਇਹ ਕੰਮ ਸੌਖਾ ਨਹੀਂ ਹੈ। ਐਵੇਂ ਕੋਈ ਮੰਗਦਾ ਨਹੀਂ, ਕਰਦੀ ਮਜਬੂਰ ਗਰੀਬੀ।
ਮੰਗਦਾ ਨੀ, ਕਰਦੀ ਮਜਬੂਰ ਗਰੀਬੀ। ਐਵੇਂ ਕੋਈ ਮੰਗਦਾ ਨਹੀਂ, ਕਰਦੀ ਮਜਬੂਰ ਗਰੀਬੀ। ਐਵੇਂ ਕੋਈ ਮੰਗਦਾ ਨਹੀਂ, ਕਰਦੀ ਮਜਬੂਰ ਗਰੀਬੀ। ਓ ਐਵੇਂ ਕੋਈ ਮੰਗਦਾ ਨਹੀਂ, ਕਰਦੀ ਮਜਬੂਰ ਗਰੀਬੀ। ਐਵੇਂ ਕੋਈ ਮੰਗਦਾ ਨਹੀਂ, ਕਰਦੀ ਮਜਬੂਰ ਗਰੀਬੀ। ਕਰਦੀ ਮਜਬੂਰ ਗਰੀਬੀ, ਕਰਦੀ ਮਜਬੂਰ ਗਰੀਬੀ। ਕਰਦੀ ਮਜਬੂਰ ਗਰੀਬੀ, ਕਰਦੀ ਮਜਬੂਰ ਗਰੀਬੀ। ਕਰਦੀ ਮਜਬੂਰ ਗਰੀਬੀ, ਕਰਦੀ ਮਜਬੂਰ ਗਰੀਬੀ। ਓ ਐਵੇਂ ਕੋਈ ਮੰਗਦਾ ਨਹੀਂ, ਕਰਦੀ ਮਜਬੂਰ ਗਰੀਬੀ। 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 ਮੰਗਣਾ ਕੰਮ ਸੌਖਾ ਨਹੀਂ। ਸੁਦਾਮਾ ਕਹਿੰਦਾ, ਸੁਸ਼ੀਲਾ ਮੈਂ ਆਪਣੇ ਮਿੱਤਰ ਦੇ ਕੋਲ ਹੱਥ ਅੱਡਾਂ ਜਾ ਕੇ, ਕੀ ਕਵਾਂ ਉਹਨੂੰ ਜਾ ਕੇ, ਮੈਨੂੰ ਮਾਇਆ ਦੇ, ਮੈਨੂੰ ਪਦਾਰਥ ਦੇ। ਕਹਿੰਦੀ ਸੁਆਮੀ ਜੀ ਚਲੋ ਮੰਗਣਾ ਔਖਾ ਲੱਗਦਾ, ਨਾ ਮੰਗੋ, ਪਰ ਆਪਣੇ ਮਿੱਤਰ ਨੂੰ ਮਿਲਣ ਤਾਂ ਜਾਓ, ਜਾਓ ਤੇ ਸਹੀ ਨਾ ਇੱਕ ਵਾਰੀ। ਚਲੋ ਇਸ ਗੱਲ ਦੇ ਉੱਤੇ ਸੁਦਾਮਾ ਔਖਾ ਸਖਾਲਾ ਰਾਜੀ ਹੋ ਗਿਆ। ਅੱਛਾ ਜੀ ਚਲੋ ਮੈਂ ਜਾਊਂਗਾ। ਨਹੀਂ, ਕੱਲ ਨੂੰ ਹੀ ਜਾਣਾ ਹੈ, ਕੱਲ ਨੂੰ ਹੀ ਜਾਓ ਜ਼ਰੂਰ। ਸਵੇਰੇ ਤਿਆਰੀ ਕਰਨ ਲੱਗੇ। ਫਿਰ ਸੁਦਾਮਾ ਕਹਿੰਦਾ ਇੰਨੇ ਚਿਰਾਂ ਬਾਅਦ ਮੈਂ ਜਾਣਾ ਹੈ, ਇੰਨੇ ਚਿਰਾਂ ਬਾਅਦ ਮੈਂ ਖਾਲੀ ਹੱਥ ਜਾਊਂਗਾ, ਕੁਛ ਤਾਂ ਲੈ ਕੇ ਜਾਣਾ ਚਾਹੀਦਾ। ਇਹ ਮਰਜ਼ਾਦਾ ਹੈ, ਗੁਰੂ ਹੋਵੇ ਸਾਧੂ ਹੋਵੇ ਤੇ ਸਾਧ ਸੰਗਤ ਜੀ ਰਾਜੇ ਕੋਲੇ ਜਾਣਾ ਹੋਵੇ, ਖਾਲੀ ਹੱਥੀ ਨਹੀਂ ਜਾਈਦਾ, ਕੁਛ ਨਾ ਕੁਛ ਲੈ ਕੇ ਜਾਣਾ ਚਾਹੀਦਾ। ਕਹਿੰਦੇ ਮੈਂ ਖਾਲੀ ਹੱਥੀ ਜਾਵਾਂ, ਕੁਛ ਤਾਂ ਲਿਜਾਵਾਂ ਮੈਂ ਕੀ, ਮੇਰੇ ਕੋਲ ਤੇ ਹੈ ਹੀ ਕੁਛ ਨਹੀਂ, ਮੈਂ ਲੈ ਕੇ ਕੀ ਜਾਵਾਂ। ਕਹਿੰਦੇ ਜੀ ਉਸ ਵੇਲੇ ਸੁਸ਼ੀਲਾ ਨੇ, ਸੁਦਾਮੇ ਦੀ ਪਤਨੀ ਨੇ, 2 ਮੁੱਠਾਂ ਚੌਲਾਂ ਦੀਆਂ ਇੱਕ ਕੱਪੜੇ ਵਿੱਚ ਬੰਨ, ਆਹ ਲੈ ਲਓ ਜੀ। ਅੱਛਾ ਚਲੋ ਖਾਲੀ ਹੱਥ ਨਾਲੋਂ ਕੁਛ ਤਾਂ ਹੈ। ਹੁਣ ਭਾਈ ਗੁਰਦਾਸ ਜੀ ਕਹਿੰਦੇ ਨੇ ਜੀ, ਕਹਿੰਦੇ ਆਪਣੇ ਨਗਰ ਗੋਕੁਲ ਤੋਂ ਸੁਦਾਮਾ ਦਵਾਰਕਾ ਨੂੰ ਤੁਰ ਪਿਆ, ਚੱਲਦਾ ਗਣਦਾ ਗੱਟੀਆਂ, ਜਿਵੇਂ ਮਨ ਦੇ ਵਿੱਚ ਗਿਣਤੀ ਜੀ ਕਰਦਾ ਹੈ, ਜਾਵਾਂ ਨਾ ਜਾਵਾਂ, ਜੇ ਮੈਂ ਚਲਿਆ ਵੀ ਗਿਆ ਕਿਉਂ ਘਰ ਜਾਈਏ, ਕੌਣ ਮਿਲਾਏ। ਸ੍ਰੀ ਕ੍ਰਿਸ਼ਨ ਜੀ ਮਹਾਰਾਜ ਕਹਿਣਗੇ ਕੀ ਕਰਨ ਆਇਆ ਇੱਥੇ ਤੂੰ, ਤੇ ਮੈਨੂੰ ਮਿਲਾਊਗਾ ਕੌਣ, ਉਹ ਸਿੰਘਾਸਣ ਤੇ ਬੈਠਣ ਵਾਲੇ ਰਾਜ ਤਖਤਾਂ ਦੇ ਮਾਲਕ, ਤੇ ਮੈਂ ਇੱਕ ਗਰੀਬ ਬੰਦਾ। ਚੱਲਦਾ ਗਣਦਾ ਗੱਟੀਆਂ, ਕਿਉਂ ਘਰ ਜਾਈਏ, ਕੌਣ ਮਿਲਾਊਗਾ। ਪਤਾ ਨਹੀਂ ਮੈਨੂੰ ਕ੍ਰਿਸ਼ਨ ਜੀ ਮਹਾਰਾਜ ਨੇ ਪਛਾਨਣਾ ਵੀ ਕਿ ਨਹੀਂ ਪਛਾਨਣਾ, ਮੈਨੂੰ ਪਹਿਰੇਦਾਰਾਂ ਨੇ ਅੱਗੇ ਲੰਘਣ ਦੇਣਾ ਵੀ ਕਿ ਨਹੀਂ ਲੰਘਣ ਦੇਣਾ। ਚਲੋ ਗਿਣਤੀਆਂ ਮਿਣਤੀਆਂ ਕਰਦਾ, ਸਹਿਜੇ ਸਹਿਜੇ ਮੰਜ਼ਲਾ ਮਾਰਦਾ ਦਵਾਰਕਾ ਪੁੱਜ ਗਿਆ। ਦਵਾਰਕਾਪੁਰੀ ਬਹੁਤਾ ਨਗਰ ਦਵਾਰਕਾ, ਸਿੰਘ ਦਵਾਰ ਖਲੋਤਾ ਜਾਏ। ਸਿੰਘ ਦਵਾਰ ਮੇਨ ਜਿਹੜਾ ਦਰਵਾਜ਼ਾ ਸੀ ਨਾ ਜੀ, ਉੱਥੇ ਖੜ ਗਿਆ ਜਾ ਕੇ। ਹੁਣ ਦਰਬਾਰ ਦੇ ਦਰਵਾਜ਼ੇ ਵੱਲ ਨੂੰ ਵੇਖਦਾ ਹੈ, ਜਿਹੜੇ ਦਵਾਰਪਾਲ ਖੜੇ ਨੇ ਉਹ ਦੇਖਦੇ ਨੇ ਵੀ ਆਹ ਕਿਹੜਾ ਗਰੀਬ ਜਿਹਾ, ਨਾ ਸਰੀਰ ਤੇ ਕੋਈ ਕੱਪੜਾ, ਇੱਕ ਪਾਟੀ ਜਿਹੀ ਧੋਤੀ ਹੈ, ਪੈਰਾਂ ਤੋਂ ਵੀ ਨੰਗਾ ਹੈ, ਵਿਆਈਆਂ ਪਾਟੀਆਂ ਹੋਈਆਂ ਨੇ, ਔਰ ਜਿਹੜੀ ਧੋਤੀ ਬੰਨੀ ਹੋਈ ਹੈ ਉਹ ਵੀ ਮੈਲੀ ਕਚੈਲੀ ਪੁਰਾਣੀ ਜਿਹੀ ਹੈ। ਤੇ ਇਹ ਕੌਣ ਗਰੀਬ ਆ ਗਿਆ ਇੱਥੇ। ਅੱਛਾ ਚਲੋ ਉਹਦੇ ਵਿੱਚੋਂ ਹੁਣ ਇੱਕ ਪਹਿਰੇਦਾਰ ਉਹ ਆ ਕੇ ਪੁੱਛਦਾ, ਹਾਂ ਬਈ ਦੱਸ ਕੀ ਗੱਲ ਹੈ, ਐ ਭਲੇ ਪੁਰਸ਼ ਕੀ ਲੋੜ ਹੈ, ਕੀ ਕੋਈ ਚਾਹੀਦਾ ਹੈ।
ਕਹਿੰਦੇ ਸੁਦਾਮੇ ਨੇ ਪੁੱਛਿਆ ਸ਼੍ਰੀ ਕ੍ਰਿਸ਼ਨ ਜੀ ਮਹਾਰਾਜ ਦਾ ਮਹਿਲ ਇਹੀ ਹੈ? ਕਹਿੰਦੇ ਹਾਂ ਮਹਿਲ ਇਹੀ ਹੈ। ਕਹਿੰਦੇ ਮੈਂ ਕ੍ਰਿਸ਼ਨ ਜੀ ਨੂੰ ਮਿਲਣਾ ਹੈ। ਕਹਿੰਦੇ ਤੇਰੇ ਵਰਗੇ ਬਥੇਰੇ ਆਉਂਦੇ ਨੇ ਸਾਰੀ ਦਿਹਾੜੀ 'ਚ, ਤੈਂ ਪਦਾਰਥ ਲੈਣਾ, ਕੋਈ ਰਸਤ ਵਸਤ ਲੈਣੀ ਹੈ, ਦੱਸ ਤੈਨੂੰ ਦੇ ਦਿੰਨੇ ਆ। ਕ੍ਰਿਸ਼ਨ ਜੀ ਮਹਾਰਾਜ ਤਾਂ ਨਹੀਂ ਸਾਰਿਆਂ ਨੂੰ ਮਿਲਦੇ। ਕਹਿੰਦੇ ਨਾ ਜੀ ਕ੍ਰਿਸ਼ਨ ਜੀ ਮਹਾਰਾਜ ਮੈਨੂੰ ਤਾਂ ਮਿਲਣਗੇ ਜ਼ਰੂਰ। ਕਹਿੰਦੇ ਕਿਉਂ? ਤੂੰ ਬਹੁਤਾ ਖਾਸ ਹੈ, ਤੈਨੂੰ ਮਿਲਣਗੇ। ਕਹਿੰਦੇ ਹਾਂ ਮੈਂ ਖਾਸ ਹਾਂ। ਕਹਿੰਦੇ ਕਿਵੇਂ? ਕਹਿੰਦੇ ਜਾਓ ਜਾ ਕੇ ਦੱਸੋ ਤਾਂ ਸਹੀ। ਕਹਿੰਦੇ ਕੀ? ਕਹਿੰਦੇ ਜਾ ਕੇ ਦੱਸੋ ਕ੍ਰਿਸ਼ਨ ਮਹਾਰਾਜ ਨੂੰ ਵੀ ਤੇਰਾ ਮਿੱਤਰ ਆਇਆ। ਉਹ ਹੁਣ ਪਹਿਲਾਂ ਤਾਂ ਇੱਕ ਹੱਸਦਾ ਸੀ, ਹੁਣ ਸਾਰੇ ਹੀ ਹੱਸ ਪਏ। ਕਹਿੰਦੇ ਵਾਹ ਆਹ ਚੰਗੀ ਮਿੱਤਰਤਾ ਹੈ, ਰਾਜੇ ਦਾ ਮਿੱਤਰ ਇੱਕ ਭਿਖਾਰੀ, ਇਹ ਤਾਂ ਕੋਈ ਬਰਾਬਰਤਾ ਹੀ ਨਾ ਹੋਈ। ਤੂੰ ਕਿਹੜੇ ਪਾਸਿਓਂ ਮਿੱਤਰ ਦਿਸਦਾ ਹੈ ਮਹਾਰਾਜ ਦਾ? ਤੂੰ ਤਾਂ ਐਵੇਂ ਹੀ ਬੋਲਦਾ, ਐਵੇਂ ਹੀ ਕਹਿਣਾ। ਕਹਿੰਦਾ ਦੱਸੋ ਤਾਂ ਸਹੀ ਜਾ ਕੇ। ਕਹਿ ਦਿਓ ਕ੍ਰਿਸ਼ਨ ਮੁਰਾਰੀ, ਕਹਿ ਦਿਓ ਕ੍ਰਿਸ਼ਨ ਮੁਰਾਰੀ, ਕਹਿ ਦਿਓ ਕ੍ਰਿਸ਼ਨ ਮੁਰਾਰੀ ਨੂੰ, ਕਹਿ ਦਿਓ ਕ੍ਰਿਸ਼ਨ ਮੁਰਾਰੀ ਨੂੰ, ਕਹਿ ਦਿਓ ਕ੍ਰਿਸ਼ਨ ਮੁਰਾਰੀ ਨੂੰ, ਕਹਿ ਦਿਓ ਕ੍ਰਿਸ਼ਨ ਮੁਰਾਰੀ ਨੂੰ। ਤੇਰਾ ਮਿੱਤਰ ਸੁਦਾਮਾ ਆਇਆ, 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 ਮਿੱਤਰ ਸੁਦਾਮਾ ਆਇਆ, ਤੇਰਾ ਮਿੱਤਰ ਸੁਦਾਮਾ ਆਇਆ, ਮਿੱਤਰ ਸੁਦਾਮਾ ਆਇਆ, ਮਿੱਤਰ ਸੁਦਾਮਾ ਆਇਆ, ਮਿੱਤਰ ਸੁਦਾਮਾ ਆਇਆ। ਕਹਿ ਦਿਓ ਕ੍ਰਿਸ਼ਨ ਮੁਰਾਰੀ, ਕਹਿ ਦਿਓ ਕ੍ਰਿਸ਼ਨ ਮੁਰਾਰੀ, ਕਹਿ ਦਿਓ ਕ੍ਰਿਸ਼ਨ ਮੁਰਾਰੀ ਨੂੰ, ਕਹਿ ਦਿਓ ਕ੍ਰਿਸ਼ਨ ਮੁਰਾਰੀ ਨੂੰ, ਕਹਿ ਦਿਓ ਕ੍ਰਿਸ਼ਨ ਮੁਰਾਰੀ ਨੂੰ, ਕਹਿ ਦਿਓ ਕ੍ਰਿਸ਼ਨ ਮੁਰਾਰੀ ਨੂੰ। ਜਾਓ ਤਾਂ ਸਹੀ, ਮੇਰਾ ਸੁਨੇਹਾ ਤਾਂ ਦਿਓ, ਦੱਸੋ ਤਾਂ ਸਹੀ ਬਈ ਤੁਹਾਡਾ ਮਿੱਤਰ ਸੁਦਾਮਾ ਆਇਆ, ਗੋਕੁਲ ਤੋਂ ਆਇਆ। ਤਾਂ ਗੁਰਮੁਖੋ ਹੁਣ ਉਹ ਜਿਹੜੇ ਪਹਿਰੇਦਾਰ ਨੇ ਨਾ ਜੀ, ਉਹ ਹੱਸੀ ਜਾਂਦੇ ਆ, ਕਹਿੰਦੇ ਜਾ ਜਾ ਤੁਰਿਆ ਜਾ, ਜੇ ਕਿਸੇ ਚੀਜ਼ ਦੀ ਲੋੜ ਹੈ ਤਾਂ ਸਾਨੂੰ ਦੱਸ, ਅਸੀਂ ਤੈਨੂੰ ਦਵਾ ਦਿੰਨੇ ਆ। ਤੂੰ ਆਪਦੇ ਆਪ ਨੂੰ ਮਹਾਰਾਜ ਦਾ ਮਿੱਤਰ ਕਹਿੰਦਾ, ਇਹ ਤਾਂ ਹੋ ਨਹੀਂ ਸਕਦਾ। ਵਿੱਚੋਂ ਇੱਕ ਰੱਬ ਦਾ ਭੈ ਖਾਣ ਵਾਲਾ ਵੀ ਪਹਿਰੇਦਾਰ ਖਲੋਤਾ ਸੀ। ਉਹ ਕਹਿੰਦਾ ਵੀ ਗੱਲ ਸੁਣੋ, ਜੇ ਉਹ ਕਹਿੰਦਾ ਤਾਂ ਆਪਾਂ ਨੂੰ ਇੱਕ ਵਾਰੀ ਜਾ ਕੇ ਬੇਨਤੀ ਕਰ ਲੈਣੀ ਚਾਹੀਦੀ ਹੈ। ਚਲੋ ਅੱਗੇ ਮਹਾਰਾਜ ਦੀ ਮਰਜ਼ੀ। ਹੁਣ ਉਹਨੇ ਸੁਦਾਮੇ ਨੂੰ ਕਿਹਾ, ਐ ਭਲੇ ਪੁਰਸ਼, ਅਸੀਂ ਅੰਦਰ ਮਹਿਲਾਂ ਵਿੱਚ ਜਾ ਕੇ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰ ਦਿੰਦੇ ਹਾਂ, ਜੇ ਸ੍ਰੀ ਕ੍ਰਿਸ਼ਨ ਮਹਾਰਾਜ ਤੈਨੂੰ ਮਿਲਣਾ ਚਾਹੁੰਦੇ ਹੋਣਗੇ ਤਾਂ ਅੰਦਰ ਸੱਦ ਲੈਣਗੇ, ਜੇ ਨਹੀਂ ਮਿਲਣਾ ਚਾਹੁੰਦੇ ਹੋਣਗੇ ਤਾਂ ਵੀ ਅਸੀਂ ਤੈਨੂੰ ਆ ਕੇ ਦੱਸ ਦਿਆਂਗੇ। ਤੇ ਜੇ ਅਸੀਂ ਤੈਨੂੰ ਆ ਕੇ ਦੱਸ ਦਈਏ ਵੀ ਉਹ ਤੈਨੂੰ ਨਹੀਂ ਮਿਲਣਾ ਚਾਹੁੰਦੇ, ਫਿਰ ਤੂੰ ਸਾਡੇ ਨਾਲ ਜਿੱਦ ਨਾ ਕਰੀ, ਫਿਰ ਤੂੰ ਚਲਿਆ ਜਾਏਗਾ। ਸੁਦਾਮਾ ਕਹਿੰਦਾ ਹਾਂ ਠੀਕ ਹੈ। ਜੇ ਕ੍ਰਿਸ਼ਨ ਮਹਾਰਾਜ ਕਹਿ ਦੇਣਗੇ ਵੀ ਮੈਂ ਨਹੀਂ ਜਾਣਦਾ, ਮੈਂ ਨਹੀਂ ਮਿਲਣਾ, ਫਿਰ ਮੈਂ ਨਹੀਂ ਖੜਾਂਗਾ ਇੱਥੇ, ਫਿਰ ਮੈਂ ਚਲਿਆ ਜਾਊਂਗਾ। ਕਹਿੰਦੇ ਠੀਕ ਹੈ। ਹੁਣ ਉਹ ਪਹਿਰੇਦਾਰ ਅੰਦਰ ਗਿਆ। ਸ੍ਰੀ ਕ੍ਰਿਸ਼ਨ ਮਹਾਰਾਜ ਆਪਣਾ ਦਰਬਾਰ ਸਜਾਈ ਬੈਠੇ ਹੈ, ਹੋਰ ਵੀ ਕਈ ਸਿਆਣੇ ਬੈਠੇ ਨੇ ਕੋਲ, ਵਿਚਾਰ ਚੱਲ ਰਹੀ ਹੈ ਬਹੁਤ ਕਿਸੇ ਡੂੰਘੇ ਵਿਸ਼ੇ ਦੇ ਉੱਤੇ। ਕੋਈ ਪਰਮਾਰਥਕ ਬਚਨ ਮਹਾਰਾਜ ਕ੍ਰਿਸ਼ਨ ਜੀ ਕਰ ਰਹੇ ਆ, ਉੱਤਮ ਗਿਆਨ ਦੀਆਂ ਬਾਤਾਂ ਹੋ ਰਹੀਆਂ ਨੇ। ਇਹ ਪਹਿਰੇਦਾਰ ਇੱਕ ਪਾਸੇ ਖੜ ਗਿਆ ਜਾ ਕੇ। ਹੁਣ ਜਾਣੀ ਜਾਣ ਕ੍ਰਿਸ਼ਨ ਮਹਾਰਾਜ ਇਸ ਪਹਿਰੇਦਾਰ ਵੱਲ ਦੇਖ ਕੇ ਕਹਿੰਦੇ ਨੇ ਵੀ ਕੁਝ ਗੱਲ ਕਰਨੀ ਹੈ। ਕਹਿੰਦਾ ਮਹਾਰਾਜ ਹਾਂ ਗੱਲ ਕਰਨੀ। ਉਨੇ ਚਿਰ ਨੂੰ ਜਿਹੜਾ ਸੁਦਾਮਾ ਦਵਾਰ ਤੇ ਖੜਾ ਹੈ, ਨਾਲ ਦੇ ਜਿਹੜੇ ਬਾਕੀ ਹੋਰ ਪਹਿਰੇਦਾਰ ਸੀਗੇ ਉਹ ਟਿਚਰਾਂ ਕਰਦੇ ਨੇ, ਮਖੌਲ ਕਰਦੇ ਨੇ, ਲੈ ਹੁਣੇ ਹੀ ਆ ਜਾਣਾ ਸਾਡੇ ਸਾਥੀ ਨੇ। ਔਰ ਉਹਨੇ ਆ ਕੇ ਇਹੀ ਗੱਲ ਕਹਿਣੀ ਹੈ ਵੀ ਕ੍ਰਿਸ਼ਨ ਜੀ ਮਹਾਰਾਜ ਕਹਿੰਦੇ ਅਸੀਂ ਨਹੀਂ ਮਿਲਣਾ, ਜਾਓ ਉਹਨੂੰ ਭੇਜ ਦਿਓ।
ਸੁਦਾਮਾ ਵੀ ਸੋਚਦਾ ਵੀ ਗੱਲ ਤਾਂ ਇਹਨਾਂ ਦੀ ਵੀ ਸੱਚੀ ਹੈ, ਗੱਲ ਤਾਂ ਇਹਨਾਂ ਦੀ ਵੀ ਸੱਚੀ ਹੈ, ਮੈਂ ਵੀ ਐਵੇਂ ਹੀ ਸੁਸ਼ੀਲਾ ਦੇ ਕਹੇ ਤੇ ਆ ਗਿਆ। ਮੇਰੇ ਆਉਣ ਦੇ ਨਾਲ ਸ੍ਰੀ ਕ੍ਰਿਸ਼ਨ ਮਹਾਰਾਜ ਦੀ ਸੋਭਾ ਦੇ ਵਿੱਚ ਕੋਈ ਬਹੁਤੀ ਵੱਡੀ ਵਡਿਆਈ ਤਾਂ ਨਹੀਂ ਬਣਨੀ ਹੈ। ਇੱਕ ਭਿਖਾਰੀ, ਇੱਕ ਮੰਗਤਾ, ਕ੍ਰਿਸ਼ਨ ਮਹਾਰਾਜ ਦਾ ਮਿੱਤਰ, ਇੱਕ ਬਹੁਤੀ ਵਡਿਆਈ ਵਾਲੀ ਗੱਲ ਹੈ। ਚੱਲ ਬਈ ਸੁਦਾਮਿਆ, ਤੈਨੂੰ ਕ੍ਰਿਸ਼ਨ ਮਹਾਰਾਜ ਕਿੱਥੋਂ ਮਿਲਣਗੇ। ਪਿੱਛੇ ਨੂੰ ਪੈਰ ਪੱਟ ਲਏ, ਤੁਰ ਪਿਆ। ਇੱਧਰ ਦਰਬਾਰ ਦੇ ਅੰਦਰ ਦਵਾਰਪਾਲ ਨੇ ਜਾ ਕੇ ਸਾਧ ਸੰਗਤ ਜੀ ਕਹਿੰਦਾ, ਮਹਾਰਾਜ ਤੁਹਾਨੂੰ ਕੋਈ ਮਿਲਣ ਵਾਸਤੇ ਆਇਆ, ਮਿਲਣ ਵਾਸਤੇ ਆਇਆ ਤੁਹਾਨੂੰ ਕੋਈ। ਕ੍ਰਿਸ਼ਨ ਮਹਾਰਾਜ ਕਹਿੰਦੇ ਨੇ, ਕੌਣ ਆਇਆ? ਕਹਿੰਦਾ, ਮਹਾਰਾਜ ਜੀ ਆਪਣੇ ਆਪ ਨੂੰ ਤੁਹਾਡਾ ਮਿੱਤਰ ਕਹਿੰਦਾ ਹੈ। ਮਹਾਰਾਜ ਕਹਿੰਦੇ, ਸਾਡੇ ਤਾਂ ਸਾਰੇ ਹੀ ਮਿੱਤਰ ਨੇ, ਸਾਡਾ ਤਾਂ ਕੋਈ ਵੀ ਦੁਸ਼ਮਣ ਨਹੀਂ ਹੈ, ਸਾਰੇ ਹੀ ਮਿੱਤਰ ਨੇ ਸਾਡੇ। ਕਹਿੰਦੇ, ਮਹਾਰਾਜ ਉਹ ਤੁਹਾਡਾ ਬਚਪਨ ਦਾ ਮਿੱਤਰ ਕਹਿੰਦਾ ਆਪਣੇ ਆਪ ਨੂੰ। ਕ੍ਰਿਸ਼ਨ ਮਹਾਰਾਜ ਇੱਕਦਮ ਸੁਚੇਤ ਹੋ ਗਏ। ਕਹਿੰਦੇ, ਬਚਪਨ ਦਾ ਮਿੱਤਰ? ਕੀ ਨਾਮ ਹੈ ਉਹਦਾ, ਕਿੱਥੋਂ ਆਇਆ? ਕਹਿੰਦਾ, ਜੀ ਗੋਕੁਲ ਤੋਂ ਆਇਆ ਹੈ। ਜਦ ਗੋਕੁਲ ਦਾ ਨਾਮ ਸੁਣਿਆ ਤਾਂ ਮਹਾਰਾਜ ਆਪਣੇ ਆਸਣ ਤੋਂ ਉੱਠ ਕੇ ਖੜੇ ਹੋ ਗਏ। ਕਹਿੰਦੇ, ਗੋਕੁਲ ਤੋਂ ਆਇਆ, ਨਾਮ ਕੀ ਹੈ ਉਹਦਾ, ਦੱਸ ਬਈ। ਅੱਗਿਓਂ ਦਵਾਰਪਾਲ ਜਿਹੜਾ ਆਇਆ ਉਹ ਕਹਿੰਦਾ, ਮਹਾਰਾਜ ਬਾਲ ਸਖਾਈ ਮਿੱਤਰ ਸਦਾਵੇ, ਉਹਦਾ ਨਾਮ ਸੁਦਾਮਾ ਹੈ। 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 ਮਹਾਰਾਜ ਆਪਣੇ ਆਪ ਨੂੰ ਬਚਪਨ ਦਾ ਮਿੱਤਰ ਕਹਿ ਰਿਹਾ। ਉਹ ਕਹਿੰਦਾ ਵੀ ਅਸੀਂ ਛੋਟੇ ਹੁੰਦੇ ਇਕੱਠੇ ਪੜ੍ਹੇ ਆ, ਤੁਹਾਨੂੰ ਮਿਲਣ ਵਾਸਤੇ ਆਇਆ। ਨਾਮ ਹੈ ਸੁਦਾਮਾ। ਸੁਦਾਮਾ ਸੁਣਨ ਦੀ ਦੇਰ, ਭਰੀ ਹੋਈ ਸਭਾ। ਸ੍ਰੀ ਕ੍ਰਿਸ਼ਨ ਮਹਾਰਾਜ ਇੱਕਦਮ ਪੈਰੀ ਜੋੜਾ ਵੀ ਨਾ ਪਾਇਆ, ਉੱਠ ਕੇ ਦੌੜ ਪਏ। ਸੁਦਾਮਾ ਆਇਆ, ਤੁਸੀਂ ਬਾਹਰ ਕਿਉਂ ਖੜਾ ਕੀਤਾ ਹੋਇਆ, ਉਹਨੂੰ ਅੰਦਰ ਕਿਉਂ ਨਹੀਂ ਆਉਣ ਦਿੱਤਾ? ਮਹਿਲਾਂ ਦੇ ਵਿੱਚੋਂ ਭੱਜੇ ਆਉਂਦੇ ਆ, ਦਰਬਾਰ ਦੇ ਵਿੱਚੋਂ ਭੱਜੇ ਆਉਂਦੇ ਸ੍ਰੀ ਕ੍ਰਿਸ਼ਨ ਮਹਾਰਾਜ। ਤੇ ਭਾਈ ਗੁਰਦਾਸ ਸਾਹਿਬ ਨੇ ਇਹ ਪੰਕਤੀ ਲਿਖੀ ਹੈ। ਕਹਿੰਦੇ, ਦੂਰੋਂ ਦੇਖ ਡੰਡੌਤ ਕਰ, ਛੱਡ ਸਿੰਘਾਸਣ ਹਰ ਜੀ ਆਏ। ਪਿਆਰੇ ਜੀ ਮਿਲਣ ਸੁਦਾਮੇ, ਪਿਆਰਿਓ ਮਿਲਣ ਸੁਦਾਮੇ। ਪਿਆਰੇ ਜੀ ਮਿਲਣ ਸੁਦਾਮੇ ਨੂੰ, ਪਿਆਰੇ ਜੀ ਮਿਲਣ ਸੁਦਾਮੇ ਨੂੰ। ਪਿਆਰੇ ਜੀ ਮਿਲਣ ਸੁਦਾਮੇ ਨੂੰ, ਪਿਆਰੇ ਮਿਲਣ ਸੁਦਾਮੇ ਨੂੰ। ਛੱਡ ਸਿੰਘਾਸਣ ਹਰ ਜੀ ਆਏ, ਛੱਡ ਸਿੰਘਾਸਣ ਹਰ ਜੀ ਆਏ। ਛੱਡ ਸਿੰਘਾਸਣ ਹਰ ਜੀ ਆਏ, ਛੱਡ ਸਿੰਘਾਸਣ ਹਰ ਜੀ ਆਏ। ਛੱਡ ਸਿੰਘਾਸਣ ਹਰ ਜੀ ਆਏ, ਛੱਡ ਸਿੰਘਾਸਣ ਹਰ ਜੀ ਆਏ। ਛੱਡ ਸਿੰਘਾਸਣ ਹਰ ਜੀ ਆਏ, ਛੱਡ ਸਿੰਘਾਸਣ ਹਰ ਜੀ ਆਏ। ਛੱਡ ਸਿੰਘਾਸਣ ਹਰ ਜੀ ਆਏ, ਛੱਡ ਸਿੰਘਾਸਣ ਹਰ ਜੀ ਆਏ। ਛੱਡ ਸਿੰਘਾਸਣ ਹਰ ਜੀ ਆਏ, ਹਰ ਜੀ ਆਏ। ਪਿਆਰੇ ਜੀ ਮਿਲਣ ਸੁਦਾਮੇ,
ਦੂਰੋਂ ਦੇਖ ਡੰਡੌਤ ਕਰ ਛੱਡ ਸਿੰਘਾਸਣ ਹਰ ਜੀ ਆਏ। ਭੱਜੇ ਆਉਂਦੇ ਆ ਨੰਗੇ ਪੈਰੀ, ਦਵਾਰ ਤੇ ਆਏ। ਦਵਾਰਪਾਲਾਂ ਨੂੰ ਪੁੱਛਦੇ ਆ ਮੇਰਾ ਮਿੱਤਰ ਕਿੱਥੇ ਆ, ਸੁਦਾਮਾ ਕਿੱਥੇ ਗਿਆ। ਦਵਾਰਪਾਲ ਵੀ ਦੇਖ ਕੇ ਹੈਰਾਨ, ਮਹਾਰਾਜ ਕ੍ਰਿਸ਼ਨ ਜੀ ਆਪ ਆ ਗਏ। ਉਹ ਜਿਹੜਾ ਗਰੀਬ ਜਿਹਾ ਖੜਾ ਸੀ ਉਹ ਸੱਚ ਬੋਲਦਾ ਸੀ। ਦਵਾਰਪਾਲਾਂ ਨੇ ਦੱਸਿਆ ਮਹਾਰਾਜ ਉਹ ਤਾਂ ਇੱਧਰ ਨੂੰ ਵਾਪਸ ਮੁੜ ਗਿਆ। ਬੜੇ ਪਿਆਰ ਦੇ ਵਿੱਚ ਆਵਾਜ਼ਾਂ ਮਾਰਦੇ ਸ੍ਰੀ ਕ੍ਰਿਸ਼ਨ ਮਹਾਰਾਜ ਮਗਰ ਮਗਰ ਦੌੜੇ ਜਾਂਦੇ ਆ। ਸੁਦਾਮਾ ਬਹੁਤੀ ਦੂਰ ਨਹੀਂ ਸੀ ਗਿਆ। ਸੁਦਾਮੇ ਨੇ ਵੀ ਆਵਾਜ਼ ਸੁਣੀ, ਰੁਕ ਗਿਆ। ਜਦ ਪਿੱਛੇ ਮੁੜ ਕੇ ਦੇਖਦਾ ਕ੍ਰਿਸ਼ਨ ਮਹਾਰਾਜ ਨੰਗੇ ਪੈਰੀ ਦੌੜੇ ਆ ਰਹੇ ਆ। ਬੈਰਾਗ ਦੇ ਹੰਝੂ ਸੁਦਾਮੇ ਦੇ ਵੀ ਅੱਖਾਂ ਵਿੱਚੋਂ ਕਿਰਦੇ ਆ। ਰੁਕ ਗਿਆ। ਕ੍ਰਿਸ਼ਨ ਮਹਾਰਾਜ ਜੀ ਆਏ, ਸਭ ਤੋਂ ਪਹਿਲਾਂ ਲੰਮੇ ਪੈ ਕੇ ਸੁਦਾਮੇ ਨੂੰ ਮੱਥਾ ਟੇਕਿਆ। ਮਿੱਤਰਤਾ, ਅੱਜ ਮਿੱਤਰਤਾ ਕਿਵੇਂ ਹੁੰਦੀ ਹੈ? ਜੇ ਮਿੱਤਰ ਪੈਸੇ ਵਾਲਾ ਹੈ, ਜੇ ਅਮੀਰ ਹੈ, ਜੇ ਚੱਲਦੀ ਵਾਲਾ ਹੈ, ਗਰੀਬ ਨੂੰ ਤਾਂ ਕੋਈ ਨੇੜੇ ਲਾ ਕੇ ਰਾਜੀ ਨਹੀਂ, ਇਹ ਕੁਛ ਮੰਗ ਲਏਗਾ। ਲੰਮੇ ਪੈ ਕੇ ਮੱਥਾ ਟੇਕਿਆ ਸ੍ਰੀ ਕ੍ਰਿਸ਼ਨ ਮਹਾਰਾਜ ਨੇ। ਆਪਣੇ ਮਿੱਤਰ ਦੀ ਪ੍ਰਦਖਣਾ ਕੀਤੀ, ਪ੍ਰਕਰਮਾ ਕੀਤੀ। ਫਿਰ ਗਲਵਕੜੀ ਵਿੱਚ ਲੈ ਕੇ ਪ੍ਰੇਮ ਕੀਤਾ। ਸੁਦਾਮਿਆ ਇੰਨੇ ਚਿਰਾਂ ਬਾਅਦ ਆਇਆ ਸੀ, ਦਵਾਰ ਤੋਂ ਹੀ ਆ ਕੇ ਮੁੜ ਚੱਲਿਆ ਸੀ। ਦਵਾਰ ਤੋਂ ਹੀ ਆ ਕੇ ਮੁੜ ਚੱਲਿਆ ਸੀ। ਸੁਦਾਮਾ ਨਾਲੇ ਤਾਂ ਹੁਣ ਤੁਰਿਆ ਜਾਂਦਾ ਨਾਲ ਕ੍ਰਿਸ਼ਨ ਮਹਾਰਾਜ ਦੇ ਮਹਿਲਾਂ ਨੂੰ, ਨਾਲੇ ਕਹਿੰਦਾ ਮਿੱਤਰ ਤਾਂ ਬੜੇ ਦੇਖੇ, ਪਰ ਜੇ ਮਿੱਤਰ ਹੋਵੇ ਨਾ, ਮਿੱਤਰ ਹੋਵੇ ਤਾਂ ਮੁਰਾਰੀ ਤੇਰੇ ਵਰਗਾ, ਝੂਠਿਆਂ ਦੀ ਲੋੜ ਕੋਈ ਨਾ ਹੋਵੇ ਤਾਂ ਮੁਰਾਰੀ ਤੇਰੇ ਵਰਗਾ, ਝੂਠਿਆਂ ਦੀ ਲੋੜ ਕੋਈ ਨਾ। ਮਿੱਤਰ ਹੋਵੇ ਤਾਂ ਮੁਰਾਰੀ ਤੇਰੇ ਵਰਗਾ, ਝੂਠਿਆਂ ਦੀ ਲੋੜ ਕੋਈ ਨਾ। ਮਿੱਤਰ ਹੋਵੇ ਤਾਂ ਮੁਰਾਰੀ ਤੇਰੇ ਵਰਗਾ, ਝੂਠਿਆਂ ਦੀ ਲੋੜ ਕੋਈ ਨਾ। ਮਿੱਤਰ ਹੋਵੇ ਤਾਂ ਮੁਰਾਰੀ ਤੇਰੇ ਵਰਗਾ, ਝੂਠਿਆਂ ਦੀ ਲੋੜ ਕੋਈ ਨਾ। ਹੋਵੇ ਤਾਂ ਮੁਰਾਰੀ ਤੇਰੇ ਵਰਗਾ, ਝੂਠਿਆਂ ਦੀ ਲੋੜ ਕੋਈ ਨਾ। ਮਿੱਤਰ ਹੋਵੇ ਤਾਂ ਮੁਰਾਰੀ ਤੇਰੇ ਵਰਗਾ, ਝੂਠਿਆਂ ਦੀ ਲੋੜ ਕੋਈ ਨਾ। ਮਿੱਤਰ ਹੋਵੇ ਤਾਂ ਮੁਰਾਰੀ ਤੇਰੇ ਵਰਗਾ, ਝੂਠਿਆਂ ਦੀ ਲੋੜ ਕੋਈ ਨਾ। ਮਿੱਤਰ ਹੋਵੇ ਤਾਂ ਮੁਰਾਰੀ ਤੇਰੇ ਵਰਗਾ, ਝੂਠਿਆਂ ਦੀ ਲੋੜ ਕੋਈ ਨਾ। ਮਿੱਤਰ ਹੋਵੇ ਤਾਂ ਮੁਰਾਰੀ ਤੇਰੇ ਵਰਗਾ, ਝੂਠਿਆਂ ਦੀ ਲੋੜ ਕੋਈ ਨਾ। ਮਿੱਤਰ ਹੋਵੇ ਤਾਂ ਮੁਰਾਰੀ ਤੇਰੇ ਵਰਗਾ, ਝੂਠਿਆਂ ਦੀ ਲੋੜ ਕੋਈ ਨਾ। ਮਿੱਤਰ ਹੋਵੇ ਤਾਂ ਮੁਰਾਰੀ ਤੇਰੇ ਵਰਗਾ, ਝੂਠਿਆਂ ਦੀ ਲੋੜ ਕੋਈ ਨਾ। ਕਹਿੰਦੇ ਜੀ ਕ੍ਰਿਸ਼ਨ ਮਹਾਰਾਜ ਦੇ ਨਾਲ ਸੁਦਾਮਾ ਮਹਿਲਾਂ ਨੂੰ ਤੁਰਿਆ ਜਾਂਦਾ ਹੈ। ਮਹਿਲਾਂ ਦੇ ਅੰਦਰ ਲਿਜਾ ਕੇ ਸ੍ਰੀ ਕ੍ਰਿਸ਼ਨ ਮਹਾਰਾਜ ਨੇ ਆਪਣੇ ਮਿੱਤਰ ਸੁਦਾਮੇ ਨੂੰ ਆਪਣੇ ਆਸਣ ਤੇ ਬਿਠਾ ਲਿਆ। ਆਪ ਚਰਨਾਂ 'ਚ ਬਹਿ ਗਿਆ। ਸ੍ਰੀ ਕ੍ਰਿਸ਼ਨ ਮਹਾਰਾਜ ਆਪ ਚਰਨਾਂ 'ਚ ਬੈਠੇ ਤੇ ਜਲ ਮੰਗਾਉਂਦੇ ਆ। ਸਭ ਤੋਂ ਪਹਿਲਾਂ ਆਪਣੇ ਹੱਥੀਂ ਆਪਣੇ ਮਿੱਤਰ ਸੁਦਾਮੇ ਦੇ ਚਰਨ ਧੋਂਦੇ ਆ। ਪਹਿਲੋਂ ਦੇ ਪ੍ਰਦਖਣਾ ਪੈਰੀ ਪੈ ਕੇ ਲੈ ਗਲ ਲਾਏ, ਚਰਨੋਦਕ ਲੈ ਪੈਰ ਧੋਏ। ਹੁਣ ਭਾਈ ਗੁਰਦਾਸ ਜੀ ਨੇ ਲਿਖਿਆ, ਕਹਿੰਦੇ ਜੀ
ਸੁਦਾਮੇ ਦੇ ਆਪਣੇ ਹੱਥੀ ਸ੍ਰੀ ਕ੍ਰਿਸ਼ਨ ਮਹਾਰਾਜ ਨੇ ਚਰਨ ਧੋਤੇ ਤੇ ਉਹ ਚਰਨਾਂ ਦਾ ਧੋਤਾ ਹੋਇਆ ਜਿਹੜਾ ਜਲ ਸੀ ਸ੍ਰੀ ਕ੍ਰਿਸ਼ਨ ਮਹਾਰਾਜ ਨੇ ਛਕ ਲਿਆ, ਪੀ ਲਿਆ। ਚਰਨੋਦਕ ਲੈ ਪੈਰ ਧੋਏ, ਸਿੰਘਾਸਣ ਉੱਤੇ ਬਿਠਾਏ, ਸਿੰਘਾਸਣ ਤੇ ਬਿਠਾ ਲਿਆ। ਸ੍ਰੀ ਕ੍ਰਿਸ਼ਨ ਮਹਾਰਾਜ ਨੂੰ ਸਿੰਘਾਸਣ ਤੇ ਬਿਠਾਲ ਕੇ ਸ੍ਰੀ ਕ੍ਰਿਸ਼ਨ ਮਹਾਰਾਜ ਸੁਦਾਮੇ ਨੂੰ ਸਿੰਘਾਸਣ ਤੇ ਬਿਠਾਲ ਕੇ ਆਪ ਵੀ ਨਾਲ ਪ੍ਰੇਮ ਦੇ ਨਾਲ ਬੈਠੇ ਆ ਤੇ ਅੱਗੇ ਹੁਣ ਪੁੱਛੇ ਕੁਸ਼ਲ ਪਿਆਰ ਕਰ ਗੁਰਸੇਵਾ ਦੀ ਕਥਾ ਸੁਣਾਏ। ਸੰਦੀਪਨ ਰਿਸ਼ੀ ਦੇ ਆਸ਼ਰਮ ਦੇ ਵਿੱਚ ਜਿਵੇਂ ਇਕੱਠੇ ਪੜ੍ਹਦੇ ਰਹੇ, ਉਸ ਵੇਲੇ ਦੀਆਂ ਵਾਰਤਾ, ਉਸ ਵੇਲੇ ਦੇ ਬਚਨ ਕ੍ਰਿਸ਼ਨ ਜੀ ਤੇ ਸੁਦਾਮਾ ਜੀ ਕਰਦੇ ਆ। ਇਤਿਹਾਸਕਾਰਾਂ ਨੇ ਲਿਖਿਆ ਜੀ, ਕਹਿੰਦੇ ਸੁਦਾਮਾ ਜੀ ਸਿੰਘਾਸਣ ਤੇ ਬੈਠੇ, ਸ੍ਰੀ ਕ੍ਰਿਸ਼ਨ ਮਹਾਰਾਜ ਨਾਲ ਬੈਠੇ ਆ ਤੇ ਜਿਹੜੀ ਕ੍ਰਿਸ਼ਨ ਮਹਾਰਾਜ ਦੀ ਧਰਮ ਪਤਨੀ ਸੀ ਰੁਕਮਣੀ, ਉਹ ਪੱਖਾ ਚੱਲ ਰਹੀ ਹੈ ਤੇ ਰਾਜ ਦਰਬਾਰੀ ਨੇ ਜਿਹੜੇ ਉਹ ਦੇਖ ਕੇ ਹੈਰਾਨ ਨੇ, ਬਈ ਇਹ ਦੇਖਣ ਨੂੰ ਮੰਗਤਾ ਜਿਹਾ ਲੱਗਣ ਵਾਲਾ, ਭਖਾਰੀ ਜਿਹਾ ਲੱਗਣ ਵਾਲਾ, ਇਹ ਕ੍ਰਿਸ਼ਨ ਮਹਾਰਾਜ ਦਾ ਮਿੱਤਰ ਹੈ, ਇੰਨਾ ਪ੍ਰੇਮ ਹੈ ਆਪਸ ਵਿੱਚ ਇਹਨਾਂ ਦਾ। ਉਸ ਵੇਲੇ ਨਾ ਜੀ ਕ੍ਰਿਸ਼ਨ ਮਹਾਰਾਜ ਸੁਦਾਮੇ ਨੂੰ ਕਹਿੰਦੇ ਨੇ, ਸੁਦਾਮਿਆ ਇੰਨੇ ਚਿਰਾਂ ਬਾਅਦ ਮਿਲਣ ਆਇਆ ਹੈ, ਮੇਰੇ ਲਈ ਲੈ ਕੇ ਕੀ ਆਇਆ? ਮੇਰੇ ਲਈ ਕੀ ਲੈ ਕੇ ਆਇਆ? ਹੁਣ ਕਿੱਥੇ ਰਾਜ ਦਰਬਾਰ ਦੀ ਸ਼ੋਭਾ, ਰਾਜ ਦਰਬਾਰ ਦੇ ਵਿੱਚ ਅਨੇਕਾਂ ਤਰ੍ਹਾਂ ਦੇ 36 ਪ੍ਰਕਾਰ ਦੇ ਭੋਜਨ ਪਦਾਰਥ, ਤੇ ਕਿੱਥੇ ਉਹ ਸੁਦਾਮਾ ਜਿਹੜਾ 2 ਮੁੱਠੀਆਂ ਚੌਲਾਂ ਦੀਆਂ, ਚੌਲ ਵੀ ਟੁੱਟੇ ਹੋਏ, ਤੰਦੁਲ, ਉਹ ਜਿਹੜੀ ਪੋਟਲੀ ਜਿਹੀ ਹੈ ਨਾ, ਉਹਨੂੰ ਹੁਣ ਸੁਦਾਮਾ ਲੁਕਾਉਂਦਾ ਫਿਰਦਾ ਹੈ ਵੀ ਪਤਾ ਨਾ ਲੱਗ ਜਾਵੇ ਕ੍ਰਿਸ਼ਨ ਜੀ ਨੂੰ। ਕ੍ਰਿਸ਼ਨ ਜੀ ਕਹਿੰਦੇ ਨੇ, ਸੁਦਾਮਿਆ ਮੇਰੇ ਲਈ ਕੀ ਲੈ ਕੇ ਆਇਆ ਖਾਣ ਲਈ? ਸੁਦਾਮਾ ਪੋਟਲੀ ਨੂੰ ਲੁਕਾਉਂਦਾ, ਕਹਿੰਦਾ ਜੀ ਮੈਂ ਕੁਝ ਨਹੀਂ ਲੈ ਕੇ ਆਇਆ। ਕ੍ਰਿਸ਼ਨ ਜੀ ਕਹਿੰਦੇ ਇਦਾਂ ਤਾਂ ਹੋ ਨਹੀਂ ਸਕਦਾ, ਤੂੰ ਕੁਛ ਤੇ ਲਿਆਇਆ ਹੈ, ਲੁਕਾਉਂਦਾ ਕਿਉਂ ਹੈ? ਉਸ ਵੇਲੇ ਹੱਸ ਕੇ ਕਹਿ ਦਿੱਤਾ, ਕਹਿੰਦੇ ਬਚਪਨ ਵਾਲੀ ਆਦਤ ਛੁਪਾਉਣ ਦੀ ਤੇਰੀ ਹਾਲੇ ਗਈ ਨਹੀਂ। ਬਚਪਨ ਦੇ ਵਿੱਚ ਵੀ ਤੂੰ ਸਾਡੇ ਕੋਲੋਂ ਚੀਜ਼ਾਂ ਛੁਪਾ ਲੈਂਦਾ ਸੀ, ਹੁਣ ਵੀ ਛੁਪਾ ਰਿਹਾ ਹੈ, ਦੱਸ ਕੀ ਹੈ? ਹੁਣ ਉਹ ਸਾਧ ਸੰਗਤ ਜੀ ਪੋਟਲੀ ਚੌਲਾਂ ਵਾਲੀ ਕ੍ਰਿਸ਼ਨ ਮਹਾਰਾਜ ਨੇ ਸੁਦਾਮੇ ਦੇ ਕੋਲੋਂ ਖੋਹ ਲਈ। ਪੋਟਲੀ ਨੂੰ ਖੋਲਿਆ, ਚੌਲ ਵੇਖ ਕੇ ਬਹੁਤ ਪ੍ਰਸੰਨ ਹੋ ਕੇ, ਖੁਸ਼ ਹੋ ਕੇ ਕਹਿੰਦੇ ਵਾਹ, ਕਹਿੰਦੇ ਇੰਨਾ ਸੋਹਣਾ ਪਦਾਰਥ ਮੇਰੇ ਵਾਸਤੇ ਮੇਰਾ ਮਿੱਤਰ ਲੈ ਕੇ ਆਇਆ, ਮੈਂ ਜ਼ਰੂਰ ਛਕਾਂਗਾ। ਉਸ ਚੌਲਾਂ ਦੀ 2 ਮੁੱਠ ਜਿਹੜੇ ਚੌਲਾਂ ਦੇ, ਉਹ ਪੋਟਲੀ ਖੋਲ ਕੇ ਕ੍ਰਿਸ਼ਨ ਮਹਾਰਾਜ ਏਦਾਂ ਫੱਕਾ ਮਾਰਦੇ ਆ, ਲੈ ਕੇ ਤੰਦੁਲ ਚੱਬਿਓਨ ਫੱਕਾ ਮਾਰਦੇ ਆ, ਬਹੁਤ ਪ੍ਰੇਮ ਦੇ ਨਾਲ ਛਕਦੇ ਆ, ਫੇਰ ਫੱਕਾ ਮਾਰਦੇ ਆ। 3 ਫੱਕੇ ਮਾਰ ਕੇ ਜਦ ਚੌਥੀ ਵਾਰੀ ਫੇਰ ਚੌਲ ਮੂੰਹ ਵਿੱਚ ਪਾਉਣ ਲੱਗੇ ਤੇ ਰੁਕਮਣੀ ਨੇ ਹੱਥ ਫੜ ਲਿਆ। ਰੁਕਮਣੀ ਜਾਣਦੀ ਸੀ ਕਿ ਇਹ ਚੌਲਾਂ ਦੇ ਫੱਕੇ ਨਹੀਂ ਵੱਜ ਰਹੇ, ਇਹ ਤਾਂ ਆਪਣੇ ਮਿੱਤਰ ਨੂੰ ਪਤਾ ਨਹੀਂ ਕੀ ਕੁਛ ਦੇਈ ਜਾ ਰਹੇ। ਰੁਕਮਣੀ ਨੇ ਹੱਥ ਫੜ ਲਿਆ, ਕਹਿੰਦੀ ਭਗਵਾਨ ਸਾਰਾ ਕੁਝ ਅੱਜ ਹੀ ਦੇ ਦਿਓਗੇ, ਕੁਛ ਆਪਣੇ ਲਈ ਵੀ ਰੱਖ ਲਓ। ਕ੍ਰਿਸ਼ਨ ਜੀ ਮਹਾਰਾਜ ਨੂੰ ਸੁਦਾਮੇ ਨੇ ਆਪਣੀ ਗਰੀਬੀ ਬਾਰੇ ਕੁਝ ਨਾ ਦੱਸਿਆ। ਕ੍ਰਿਸ਼ਨ ਜੀ ਮਹਾਰਾਜ ਨੇ ਸੁਦਾਮੇ ਕੋਲੋਂ ਉਹਦੇ ਪਰਿਵਾਰ ਬਾਰੇ, ਘਰ ਬਾਰੇ, ਉਹਦੀ ਹਾਲਤ ਬਾਰੇ ਕੁਛ ਨਾ ਪੁੱਛਿਆ। ਕਈ ਮਹੀਨੇ ਸੁਦਾਮੇ ਨੂੰ ਆਪਣੇ ਮਹਿਲਾਂ ਵਿੱਚ ਸ੍ਰੀ ਕ੍ਰਿਸ਼ਨ ਮਹਾਰਾਜ ਨੇ ਰੱਖਿਆ, ਬਹੁਤ ਸੇਵਾ, ਰੱਜ ਕੇ ਸੇਵਾ ਕੀਤੀ। ਅਖੀਰ ਕੁਛ ਮਹੀਨਿਆਂ ਤੋਂ ਬਾਅਦ ਸੁਦਾਮਾ ਆਗਿਆ ਲੈ ਕੇ ਜਦ ਵਾਪਸ ਜਾਣ ਲੱਗਾ, ਕ੍ਰਿਸ਼ਨ ਮਹਾਰਾਜ ਤੇ ਰੁਕਮਣੀ ਹੋਰ ਸਾਰਿਆਂ ਨੇ ਖੁਸ਼ੀ-ਖੁਸ਼ੀ ਸੁਦਾਮੇ ਨੂੰ ਤੋਰਿਆ। ਜਦ ਵਾਪਸ ਗੋਕੁਲ ਨੂੰ ਜਾਂਦਾ ਹੈ, ਰਸਤੇ ਵਿੱਚ ਸੋਚਦਾ ਜਾਂਦਾ, ਮੈਂ ਜਿਹੜੀ ਗੱਲ ਕਰਨ ਆਇਆ ਸੀ, ਜਿਹੜੀ ਬੇਨਤੀ ਕਰਨੀ ਸੀ, ਉਹ ਤਾਂ ਮੈਂ ਕਹਿ ਹੀ ਨਾ ਸਕਿਆ। ਇੰਨੇ ਪਿਆਰ ਦੇ ਅੱਗੇ ਮੰਗ ਰੱਖਣੀ ਔਖੀ ਹੈ। ਅੱਛਾ ਚਲੋ ਕੋਈ ਨਹੀਂ, ਪਰ ਬਈ ਕ੍ਰਿਸ਼ਨ ਨੇ ਇੰਨਾ ਪਿਆਰ ਕੀਤਾ,
ਹੁਣ ਜਦੋਂ ਗੋਕੁਲ ਪਹੁੰਚਿਆ, ਜਿੱਥੇ ਇਸ ਦੀ ਕੁਟੀਆ ਹੈ, ਉੱਥੇ ਬਹੁਤ ਵੱਡਾ ਸੋਹਣਾ ਮਹਿਲ ਬਣਿਆ ਹੋਇਆ ਹੈ। ਇਹ ਦੂਰੋਂ ਦੇਖਦਾ ਹੈ, ਅੱਛਾ ਮੈਂ ਇੰਨੇ ਮਹੀਨੇ ਆਇਆ ਨਹੀਂ, ਵਾਪਸ ਮੁੜ ਕੇ ਹੋ ਸਕਦਾ ਇੱਥੇ ਕਿਸੇ ਨੇ ਆਪਣੇ ਮਹਿਲ ਬਣਾ ਲਏ। ਸੁਸ਼ੀਲਾ ਪਤਾ ਨਹੀਂ ਕਿੱਥੇ ਗਈ ਹੋਣੀ ਹੈ। ਮੇਰੀ ਜਿਹੜੀ ਕੁਟੀਆ ਸੀ ਉਹ ਕਿਸੇ ਨੇ ਢਾਹ ਦਿੱਤੀ। ਇੱਥੇ ਮੰਦਰ ਬਣਾ ਲੈ ਰਾਜੇ ਆਪਣੇ, ਢਾਤੀ ਮੇਰੀ ਰਾਮ ਕੁਟੀਆ। ਇੱਥੇ ਮੰਦਰ ਬਣਾ ਲੈ ਰਾਜੇ, ਢਾਤੀ ਮੇਰੀ ਰਾਮ ਕੁਟੀਆ। ਮੰਦਰ ਬਣਾ ਲੈ ਰਾਜੇ ਆਣ ਕੇ, ਢਾਤੀ ਮੇਰੀ ਰਾਮ ਕੁਟੀਆ। ਇੱਥੇ ਮੰਦਰ ਬਣਾ ਲੈ ਰਾਜੇ ਆਣ ਕੇ, ਢਾਲੀ ਮੇਰੀ ਰਾਮ ਕੁਟੀਆ। ਇੱਥੇ ਮੰਦਰ ਬਣਾ ਲੈ ਰਾਜੇ ਆਣ ਕੇ, ਢਾਤੀ ਮੇਰੀ ਰਾਮ ਕੁਟੀਆ। ਇੱਥੇ ਮੰਦਰ ਬਣਾ ਲੈ ਰਾਜੇ ਆਣ ਕੇ, ਢਾਤੀ ਮੇਰੀ ਰਾਮ ਕੁਟੀਆ। ਵੀ ਇਦਾਂ ਲੱਗਦਾ ਵੀ ਮੇਰੇ ਜਿਹੜੇ ਮੰਦਰ ਸੀ, ਮਹਿਲ ਸੀ ਨਾ, ਮੇਰੀ ਕੁਟੀਆ ਢਾਹ ਦਿੱਤੀ ਤੇ ਇੱਥੇ ਕਿਸੇ ਰਾਜੇ ਨੇ ਆਪਣੇ ਮਹਿਲ ਬਣਾ ਲਿਆ। ਮੇਰੀ ਕੁਟੀਆ ਢਾਹ ਦਿੱਤੀ ਗਈ ਹੈ। ਅੱਛਾ ਜੀ, ਹੁਣ ਫਿਰ ਕੀ ਹੋਇਆ? ਪਿੱਛੇ ਮੁੜਨ ਲੱਗਾ, ਦੇਖ ਕੇ ਤਾਂ ਉਧਰੋਂ ਮਹਿਲ ਦੇ ਵਿੱਚੋਂ ਇਹਦੀ ਪਤਨੀ ਸੁਸ਼ੀਲਾ ਉਹ ਤੁਰੀ ਆਉਂਦੀ ਹੈ। ਆਵਾਜ਼ ਮਾਰਦੀ, ਸਵਾਮੀ ਜੀ ਕਿੱਥੇ ਜਾ ਰਹੇ ਹੋ? ਇੰਨੇ ਮਹੀਨਿਆਂ ਬਾਅਦ ਆਏ ਹੋ, ਤੁਸੀਂ ਬੜੀ ਕਿਰਪਾ ਕੀਤੀ। ਕ੍ਰਿਸ਼ਨ ਮਹਾਰਾਜ ਨੇ ਬਸ ਤੁਹਾਡੇ ਜਾਣ ਤੋਂ ਛੇਤੀ ਬਾਅਦ ਇੱਥੇ ਕਾਰੀਗਰਾਂ ਨੂੰ ਭੇਜ ਕੇ ਆ ਸੋਹਣਾ ਮਹਿਲ ਬਣਾ ਦਿੱਤਾ। ਪਤਾ ਹੀ ਨਹੀਂ ਲੱਗਦਾ ਪਦਾਰਥਾਂ ਦਾ ਇੰਨਾ ਕੁਛ ਦੇ ਗਏ। ਨਾਲੇ ਸੁਦਾਮਾ ਕ੍ਰਿਸ਼ਨ ਜੀ ਨੂੰ ਯਾਦ ਕਰਦਾ ਹੈ, ਨਾਲੇ ਵਿਰਾਗ ਕਰਦਾ ਹੈ। ਮਹਿਲਾਂ ਦੇ ਵਿੱਚ ਹੋਈ ਸਾਰੀ ਵਾਰਤਾ ਆਪਣੀ ਪਤਨੀ ਸੁਸ਼ੀਲਾ ਨੂੰ ਸੁਣਾਉਂਦਾ ਹੈ, ਦੱਸਦਾ ਹੈ। ਸਾਧ ਸੰਗਤ, ਸੱਚਮੁੱਚ ਜਿਹੜਾ ਪਰਮਾਤਮਾ ਨਾਲ ਪਿਆਰ ਕਰਦਾ ਹੈ, ਪਰਮਾਤਮਾ ਨੂੰ ਆਪਣਾ ਬਣਾਉਂਦਾ ਹੈ। ਤੇ ਮਹਾਰਾਜ ਬਾਣੀ 'ਚ ਲਿਖਦੇ ਨੇ, ਰੀਤੇ ਭਰੇ ਭਰੇ ਸਖਨਾਵੈ ਯਹ ਤਾਕੋ ਵਿਵਹਾਰ ਹੈ। ਇਹ ਉਹਦੀ ਮੌਜ ਹੈ, ਖਾਲੀ ਭਰਦਾ ਤੇ ਭਰਿਆਂ ਨੂੰ ਖਾਲੀ ਕਰ ਦੇਵੇਂ। ਇਹ ਤਾਂ ਤੇਰੇ ਚੋਜ ਮਾਲਕਾ। ਆਓ ਆਧਾਰਨਾ ਪੜ੍ਹ ਕੇ ਤੇ ਸਮਾਪਤੀ ਕਰ ਦਈਏ। ਉਹ ਖਾਲੀ ਭਰਦਾ ਤੇ ਭਰਿਆਂ ਨੂੰ ਖਾਲੀ ਕਰ ਦੇਵੇਂ। ਇਹ ਤਾਂ ਤੇਰੇ ਚੋਜ ਮਾਲਕਾ। ਤੇ ਭਰਿਆਂ ਨੂੰ ਖਾਲੀ ਕਰ ਦੇਵੇਂ। ਇਹ ਤਾਂ ਤੇਰੇ ਚੋਜ ਮਾਲਕਾ। ਭਰਿਆਂ ਨੂੰ ਖਾਲੀ ਕਰ ਦੇਵੇਂ। ਇਹ ਤਾਂ ਤੇਰੇ ਚੋਜ ਮਾਲਕਾ। ਖਾਲੀ ਭਰਦਾ ਤੇ ਭਰਿਆਂ ਨੂੰ ਖਾਲੀ ਕਰ ਦੇਵੇਂ। ਇਹ ਤਾਂ ਤੇਰੇ ਚੋਜ ਮਾਲਕਾ। ਖਾਲੀ ਭਰਦਾ ਤੇ ਭਰਿਆਂ ਨੂੰ ਖਾਲੀ ਕਰ ਦੇਵੇਂ। ਇਹ ਤਾਂ ਤੇਰੇ ਚੋਜ ਮਾਲਕਾ। ਖਾਲੀ ਭਰਦਾ ਤੇ ਭਰਿਆਂ ਨੂੰ ਖਾਲੀ ਕਰ ਦੇਵੇਂ। ਇਹ ਤਾਂ ਤੇਰੇ ਚੋਜ ਮਾਲਕਾ। ਖਾਲੀ ਭਰਦਾ ਤੇ ਭਰਿਆਂ ਨੂੰ ਖਾਲੀ ਕਰ ਦੇਵੇਂ। ਇਹ ਤਾਂ ਤੇਰੇ ਚੋਜ ਮਾਲਕਾ। ਖਾਲੀ ਭਰਦਾ ਤੇ ਭਰਿਆਂ ਨੂੰ ਖਾਲੀ ਕਰ ਦੇਵੇਂ। ਇਹ ਤਾਂ ਤੇਰੇ ਚੋਜ ਮਾਲਕਾ। ਇਹ ਤਾਂ ਉਹਦੇ ਚੋਜ ਨੇ ਜੀ, ਖਾਲੀਆਂ ਨੂੰ ਭਰ ਦਿੰਦਾ ਹੈ, ਭਰਿਆਂ ਨੂੰ ਖਾਲੀ ਕਰ ਦਿੰਦਾ ਹੈ। ਗੁਰਮੁਖ ਪਿਆਰਿਓ, ਉਹਦੇ ਬਣ ਕੇ ਰਹੀਏ ਤੇ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ। ਗੁਰਮੁਖੋ, ਆਓ ਅੱਜ ਦੀ ਇਤਨੀ ਕੁ ਸੇਵਾ ਪ੍ਰਵਾਨ ਕਰਿਓ, ਹੋਈਆਂ ਭੁੱਲਾਂ ਦੀ ਮੁਆਫੀ ਬਖਸ਼ਿਓ। ਕੱਲ ਦਾ ਜਿਹੜਾ ਦੀਵਾਨ ਹੈ ਸ਼ਾਮ ਦਾ, ਉਹ ਆਪਾਂ ਇਸ ਵਿਸ਼ੇ ਤੇ ਲਾਈਵ ਨਹੀਂ ਹੋ ਸਕਾਂਗੇ। ਕੱਲ ਨੂੰ ਸੰਗਰਾਂਦ ਦਾ ਦਿਹਾੜਾ ਹੈ ਤੇ ਕੱਲ ਨੂੰ ਸ਼ਾਮ ਦਾ ਦੀਵਾਨ ਇੱਧਰ
ਫਗਵਾੜੇ ਇਲਾਕੇ ਦੇ ਵਿੱਚ ਇੱਕ ਨਗਰ ਦੇ ਵਿੱਚ ਹੈ, ਉੱਥੋਂ ਲਾਈਵ ਹੋਵੇਗਾ। ਗੁਰੂ ਕਿਰਪਾ ਕਰੇ ਤੇ ਆਪ ਸੰਗਤਾਂ ਦੇ ਕੱਲ੍ਹ ਨੂੰ ਇਸ ਤਰੀਕੇ ਨਾਲ ਦਰਸ਼ਨ ਹੋਣਗੇ ਜੀ। ਕੱਲ੍ਹ ਨੂੰ ਦਿਨ ਦੇ ਸਮੇਂ ਸ੍ਰੀ ਮੁਖ ਵਾਕ ਦੀ ਕਥਾ ਜੋ 12 ਮਾਹਾਂ ਦੇ ਵਿੱਚੋਂ ਉਹ 20 ਮਿੰਟ ਦੀ ਕਥਾ ਉਹ ਆਏਗੀ ਜ਼ਰੂਰ। ਉਹ ਜ਼ਰੂਰ ਆਪ ਜੀ ਨੇ ਕੱਲ੍ਹ ਨੂੰ ਸੰਗਰਾਮ ਦੇ ਦਿਹਾੜੇ 'ਤੇ ਮੁੱਖ ਵਾਕ ਦੀ ਕਥਾ ਇਸੇ ਚੈਨਲ ਤੋਂ ਜਦੋਂ ਵੀ 8 ਵਜੇ 10 ਵਜੇ ਜਿੰਨੇ ਵਜੇ ਵੀ ਹੋਏਗੀ ਕਥਾ ਉਹ ਆਪ ਜੀ ਨੇ ਜ਼ਰੂਰ ਸਰਵਣ ਕਰਨੀ ਜੀ। ਹੋਈਆਂ ਭੁੱਲਾਂ ਦੀ ਮੁਆਫੀ ਬਖਸ਼ ਦੇਣੀ ਜੀ। ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।